ਜੀਵਤ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਾਰਿਆਂ ਨੂੰ ਜੈਮ ਸਿਟੀ ਪ੍ਰੇਜ਼ ਦ ਲਾਰਡ। ਖੁਦਾਵੰਦ ਖੁਦਾ ਬਰਕਤ ਦੇ ਅੱਜ ਦੇ ਇੱਕ ਪਵਿੱਤਰ ਦਿਨ ਦੇ ਲਈ ਔਰ ਪਰਮੇਸ਼ਵਰ ਦੇ ਭਵਨ ਦੇ ਵਿੱਚ ਇੱਕ ਵਾਰ ਫਿਰ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਹਾਜ਼ਰ ਹਾਂ। ਤੁਹਾਡੇ ਸਮਰਥੀ ਵਚਨ ਲੈ ਕੇ ਆਰਾਧਨਾ ਔਰ ਆਰਾਧਨਾ ਵਿੱਚ ਛੁਟਕਾਰਾ ਆ, ਆਰਾਧਨਾ ਵਿੱਚ ਆਜ਼ਾਦੀ ਆ। ਬਾਈਬਲ 'ਚ ਲਿਖਿਆ ਜਦੋਂ ਧਰਤੀ ਉੱਤੇ ਉਦੋਂ ਲੋਕ ਆਰਾਧਨਾ ਕਰਦੇ ਆ ਤਾਂ ਇਜ਼ਰਾइल ਦਾ ਪਰਮੇਸ਼ਵਰ ਸਾਡੀ ਆਰਾਧਨਾ ਤੇ ਵਿਰਾਜਮਾਨ ਹੋ ਜਾਂਦਾ ਹੈ। आइए अपने आप ਨੂੰ ਅਸੀਂ ਪਰਮੇਸ਼ਵਰ ਦੇ ਅੱਗੇ ਸਮਰਪਣ ਕਰਕੇ ਉਹਦੀ ਵਰਸ਼ਿਪ ਕਰਾਂਗੇ। ਸ਼ੁਕਵਾ ਚਰਚ ਮਿਨਿਸਟਰੀ ਵੱਲੋਂ ਅਸੀਂ ਸਭ ਦਾ ਅੱਜ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਔਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਤੁਸੀਂ ਵਧੋ ਫੁੱਲੋ ਔਰ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਆਸ਼ੀਸ਼ ਪਾਓ। आइए सारे वर्शिप चलाएंगे। हालेलुया, प्रेज द लॉर्ड, थैंक यू जीसस। धन्यवाद होली स्पिरिट, धन्यवाद होली स्पिरिट, धन्यवाद होली स्पिरिट। स्टार्ट वर्शिप स्टार्ट। सब की जानी लोग पुराने यीशु मसीह जे तू जाने सब मुख जाने लोग पुराने यीशु मसीह जे तू जाने। थैंक यू जीसस। सब
धन्यवाद करिए, खुदा दा शुक्रिया करिए। लिखिया यीशु मसीह ਨੂੰ ਜਾਣਨਾ ਹੀ ਅਨੰਤ ਜੀਵਨ ਹੈ। हालेलुया। आइए सब जन जिन्हें भी समय फेसबुक ऑनलाइन ਨਾਲ जुड़ चुके हैं, सब खुदा दी हज़ूरी चाहिए, खुदा दी चरना चाहिए। मैं चाहना साडे नाल मिल के कुछ समय लिए होर परमेश्वर की महिमा करिए, परमेश्वर की स्तुति करिए, परमेश्वर की आराधना करिए, परमेश्वर के नाम ਨੂੰ जलाल दिए, अपने आप ਨੂੰ ਤਿਆਰ करिए एक बार फिर आज दे वचन दे ਲਈ। बोलिए प्रभु ਤੁਹਾਡਾ ਧੰਨਵਾਦ, यीशु ਤੁਹਾਡਾ ਧੰਨਵਾਦ, खुदा ਤੁਹਾਡਾ ਧੰਨਵਾਦ, ਧੰਨਵਾਦ, ਧੰਨਵਾਦ। हालेलुया। खुदा दी हज़ूरी चाहिए। जय देने वाले प्रभु यीशु को कोटि कोटि धन्यवाद। जीवन देने वाले प्रभु यीशु को जीवन भर धन्यवाद। जय देने वाले प्रभु यीशु को कोटि कोटि धन्यवाद। सच्चा जीवन देने वाले जीवन देने वाले प्रभु यीशु को जीवन भर धन्यवाद। जय देने वाले प्रभु यीशु को कोटि कोटि धन्यवाद। जीवन
सब खुदा दी हजूरी चाहिए, थैंक यू जीसस। परमेश्वर दे चरणा चाहिए, खुदा दा शुक्रिया करिए, तारीफ करिए, वड्याई Praise करिए। the Lord, praise the Lord, hallelujah, hallelujah, hallelujah। ਜਿਵੇਂ ਕਿ ਅਸੀਂ ਵਰਸ਼ਿਪ ਦੇ ਵਿੱਚ ਹਾਂ, ਪਰਮੇਸ਼ਰ ਦੀ ਆਰਾਧਨਾ ਵਿੱਚ ਹਾਂ, ਅਸੀਂ ਹੁਣ ਪਰਮੇਸ਼ਰ ਦੇ ਸਮਰਥੀ ਵਚਨ ਦੇ ਵੱਲ ਜਾਵਾਂਗੇ, ਨਾਲ ਹੀ ਖੁਦਾ ਦੀ ਤਾਰੀਫ ਕਰਾਂਗੇ, ਖੁਦਾ ਦੇ ਨਾਮ ਨੂੰ ਉੱਚਾ ਉਠਾਵਾਂਗੇ, ਕਿਉਂਕਿ ਉਹ ਹੀ ਸਾਨੂੰ ਸੰਭਾਲਣੇ ਵਾਲਾ ਔਰ ਮੁਹੱਬਤ ਦਿਖਾਉਣ ਵਾਲਾ ਪਰਮੇਸ਼ਰ ਆ। ਵਚਨ ਦੱਸਦਾ ਆ ਕਿ ਜਿਹੜਾ ਵਚਨ ਦੇ ਉੱਤੇ ਆਪਣੀ ਨੀਂਹ ਧਰਦਾ, ਵਚਨ ਦੇ ਉੱਤੇ ਈਮਾਨ ਰੱਖਦਾ ਆ, ਉਹ ਕਦੇ ਵੀ ਸ਼ਰਮਿੰਦਾ ਨਹੀਂ ਹੁੰਦਾ, ਪਰਮੇਸ਼ਰ ਦੀ ਸ਼ਰਮਿੰਦਗੀ ਨੂੰ ਦੂਰ ਕਰਦਾ ਆ। ਅੱਜ ਜ਼ਰੂਰਤ ਹੈ ਕਿ ਅਸੀਂ ਅੱਜ ਪਰਮੇਸ਼ਰ ਦੇ ਵਚਨ ਦੇ ਦੁਆਰਾ ਪਰਮੇਸ਼ਰ ਦੇ ਨਾਲ ਗੱਲ ਕਰੀਏ, ਪਰਮੇਸ਼ਰ ਸਾਡੇ ਨਾਲ ਗੱਲ ਕਰੇ, ਅਸੀਂ ਸਮਾਂ ਬਿਤਾਈਏ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ, ਕਿਉਂਕਿ ਦੁਨੀਆ, ਸੰਸਾਰ ਦੇ ਲੋਕ ਆਪਣੇ ਕੰਮਾਂ ਦੇ ਵਿੱਚ ਇੰਨਾ ਵਿਅਰਥ ਹੋ ਚੁੱਕੇ ਹਨ, ਇੰਨਾ ਸਮਾਂ ਬਿਤਾਉਂਦੇ ਆ ਉਹਦੇ ਵਿੱਚ ਕਿ ਪਰਮੇਸ਼ਰ ਦੀ ਹਜ਼ੂਰੀ ਲਈ ਉਹਨਾਂ ਤੋਂ ਸਮਾਂ ਨਹੀਂ। ਪਰ ਸਾਨੂੰ ਚਾਹੀਦਾ ਕਿ ਅਸੀਂ ਪਰਮੇਸ਼ਰ ਦੇ ਹਮ ਕਲਾਮ ਔਰ ਸਮਰਥੀ ਵਚਨ ਦੇ ਦੁਆਰਾ ਅਸੀਂ ਉਹਦੇ ਨਾਲ ਹਮ ਕਲਾਮ ਹੋਈਏ, ਉਹਨਾਂ ਸਮਾਂ ਬਿਤਾਈਏ, ਕਿਉਂਕਿ ਉਹਦੇ ਨਾਲ ਬਿਤਾਇਆ ਸਮਾਂ ਸਾਡੀ ਜ਼ਿੰਦਗੀ ਲਈ ਬਹੁਤ ਹੀ ਮਹੱਤਵਪੂਰਨ ਆ। ਔਰ ਪਰਮੇਸ਼ਰ ਦੇ ਵਚਨ ਨੂੰ ਅਸੀਂ ਸੁਣਾਂਗੇ, ਖੁਦਾ ਦੇ ਵਚਨ ਦੇ ਅਕੋਰਡਿੰਗ ਆਪਣੇ ਜੀਵਨ ਨੂੰ ਅਸੀਂ ਅੱਜ ਲਗਾਵਾਂਗੇ। ਹਰ ਉਹ ਵਚਨ ਜਿਹੜਾ ਪਰਮੇਸ਼ਰ ਆਪਣੇ ਮੂੰਹ ਚੋਂ ਬੋਲਦਾ ਆ, ਉਹ ਸਾਡੇ ਲਈ ਲਾਭਵੰਤ ਹੁੰਦਾ ਆ। ਥੋੜੇ ਸਮੇਂ ਲਈ ਬਿਲਕੁਲ ਸ਼ਾਰਟ ਮੈਂ ਅੱਜ ਪਰਮੇਸ਼ਰ ਦਾ ਵਚਨ ਤੁਹਾਨੂੰ ਦੱਸਣਾ ਚਾਹੁੰਦਾ। ਮੇਰੇ ਨਾਲ ਪੜ੍ਹੀਏ, ਜਦੋਂ ਅਸੀਂ ਉਤਪਤੀ ਕਿਤਾਬ ਬਾਈਬਲ ਦੇ ਵਿੱਚੋਂ ਉਹਦਾ 3 ਅਧਿਆਇ ਤੇ ਉਹਦੇ ਅਸੀਂ 1 ਆਇਤ ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ, ਜੈਨੀਸਸ, ਔਰ ਅਸੀਂ ਉਹਦਾ ਚੈਪਟਰ ਅਸੀਂ 3 ਉਹਦੀ 1 ਵਰਸ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ ਬਾਈਬਲ ਦੇ ਵਿੱਚੋਂ। ਬੜੇ ਗੌਰ ਦੇ ਨਾਲ ਸੁਣਨਾ ਤਾਂ ਕਿ ਪਰਮੇਸ਼ਰ ਤੁਹਾਨੂੰ ਅੱਜ ਗੱਲ ਕਰ ਸਕੇ। ਬੜੀ ਉੱਚੀ ਆਵਾਜ਼ ਨਾਲ। ਸੱਪ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਰ ਨੇ ਬਣਾਇਆ ਸੀ ਚਾਤਰ ਸੀ। ਦੇਖੋ ਬਾਈਬਲ ਦੇ ਵਿੱਚ ਲਿਖਿਆ ਆ ਕਿ ਪਰਮੇਸ਼ਰ ਨੇ ਧਰਤੀ ਆਕਾਸ਼ ਨੂੰ ਬਣਾਇਆ, ਪਰਮੇਸ਼ਰ ਨੇ ਸਾਰੇ ਜਾਨਵਰਾਂ ਨੂੰ ਬਣਾਇਆ, ਸਾਰੇ ਰਿਗਣ ਵਾਲੇ ਉੜਨ ਵਾਲੇ ਪੰਛੀਆਂ ਨੂੰ ਬਣਾਇਆ। ਪਰਮੇਸ਼ਰ ਨੇ ਆਪਣੀ ਮਰਜ਼ੀ ਦੇ ਨਾਲ ਜੋ ਪਰਮੇਸ਼ਰ ਦੀ ਇੱਛਾ ਦੇ ਵਿੱਚ ਠੀਕ ਸੀਗਾ, ਪਰਮੇਸ਼ਰ ਨੇ ਉਸ ਤਰ੍ਹਾਂ ਸ਼ਬਦਾਂ ਦੇ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਰਚਿਆ। ਬਾਈਬਲ ਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਬਿਗਨਿੰਗ ਦੇ ਵਿੱਚ ਦੇਖਦੇ ਹਾਂ ਔਰ ਐਂਡ ਤੱਕ ਪਰਮੇਸ਼ਰ ਨੇ ਆਪਣੀ ਮਰਜ਼ੀ ਦੇ ਨਾਲ ਇਸ ਦੁਨੀਆ ਨੂੰ ਚਲਾਇਆ ਤੇ ਰਚਿਆ। ਪਰਮੇਸ਼ਰ ਕਿਸੇ ਦੇ ਅੰਡਰ ਰਹਿ ਕੇ ਕੰਮ ਨਹੀਂ ਕਰਦਾ। ਪਰਮੇਸ਼ਰ ਆਪਣੀ ਸਵੈ ਇੱਛਾ ਨਾਲ ਇਨਸਾਨ ਦੇ ਪ੍ਰਤੀ ਔਰ ਦੁਨੀਆ ਦੇ ਪ੍ਰਤੀ ਕੰਮ ਕਰਦਾ ਆ। ਆਮੇਨ, ਆਮੇਨ, ਹਾਲੇਲੂਇਆ, ਹਾਲੇਲੂਇਆ। ਔਰ ਵਚਨ ਦੇ ਵਿੱਚ ਲਿਖਿਆ ਹੋਇਆ ਆ, ਜਦੋਂ ਅਸੀਂ ਖੁਦਾ ਦੇ ਕਰੀਬ ਆ ਕੇ ਹੋਰ ਗੱਲਾਂ ਸਿੱਖਦੇ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ, ਤੇ ਲਿਖਿਆ ਹੋਇਆ ਕਿ ਜਦੋਂ ਪਰਮੇਸ਼ਰ ਨੇ ਸਾਰੇ ਜਾਨਵਰਾਂ ਨੂੰ ਬਣਾਇਆ ਸੀਗਾ ਤੇ ਉਹਦੇ ਵਿੱਚੋਂ ਇੱਕ ਸੱਪ ਵੀ ਸੀਗਾ, ਸਨੇਕ ਨੂੰ ਵੀ ਪਰਮੇਸ਼ਰ ਨੇ ਕਿਆ ਕੀਤਾ, ਬਣਾਇਆ। ਔਰ ਅੱਜ ਅਸੀਂ ਦੇਖਦੇ ਹਾਂ ਜਦੋਂ ਕਿ ਸਨੇਕ ਨੂੰ ਈਵਲ ਸਪਿਰਿਟ ਨੇ ਇਸਤੇਮਾਲ ਕੀਤਾ ਤੇ ਉਸ ਤੋਂ ਬਾਅਦ ਸਨੇਕ ਦੀ ਜਿਹੜੀ ਆ ਵੈਲਿਊ ਕਹਿ ਸਕਦੇ ਆ ਘਟ ਗਈ, ਬਟ ਉਹ ਵੀ ਬਾਕੀ ਜਾਨਵਰਾਂ ਦੇ ਵਾਂਗ ਹੀ ਜਾਨਵਰ ਸੀਗਾ। ਔਰ ਬਾਈਬਲ ਦੇ ਵਿੱਚ ਲਿਖਿਆ, ਪਰ ਇਹਦਾ ਜਿਹੜਾ ਸ਼ਰਾਰਤੀਪਨ ਸੀ ਜਾਂ ਚਲਾਕਪਨ ਸੀਗਾ, ਇਹ ਜ਼ਿਆਦਾ ਸੀਗਾ, ਚੁਸਤ ਸੀਗਾ, ਫੁਰਤੀਲਾ ਸੀਗਾ। ਬਾਈਬਲ ਦੇ ਵਿੱਚ ਲਿਖਿਆ ਕਿ ਬਾਕੀ ਸਾਰੇ ਜਾਨਵਰਾਂ ਨੂੰ ਜਿਹੜਾ ਸੱਪ ਸੀ ਉਹ ਫੁਰਤੀਲਾ ਸੀਗਾ, ਚੁਸਤ ਸੀਗਾ। ਇਸ ਕਰਕੇ ਸ਼ੈਤਾਨ ਨੇ ਇਹਨੂੰ ਇਸਤੇਮਾਲ ਕੀਤਾ। ਔਰ ਬਾਈਬਲ ਦੇ ਵਿੱਚ ਅੱਜ ਅਸੀਂ ਕਲੀਅਰ ਕਰਾਂਗੇ ਕਿ ਪਰਮੇਸ਼ਰ ਨੇ ਸਾਨੂੰ ਸ਼ੈਤਾਨ ਦੀ ਸਾਰੀ ਤਾਕਤ ਦੇ ਉੱਤੇ ਇਖਤਿਆਰ ਦਿੱਤਾ ਆ। ਹਾਲੇਲੂਇਆ, ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ ਆ ਕਿ ਜਦੋਂ ਅਸੀਂ ਪਰਮੇਸ਼ਰ ਦੇ ਉੱਤੇ ਈਮਾਨ ਰੱਖਦੇ ਹਾਂ ਤੇ ਖੁਦਾ ਸਾਨੂੰ ਈਮਾਨ ਦਾ ਇਨਾਮ ਦਿੰਦਾ ਆ ਕਿ ਸਾਨੂੰ ਖੁਦਾ ਆਪਣੀ ਸਾਮਰਥ ਦੇ ਨਾਲ ਭਰ ਕੇ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰਨ ਲਈ ਸਾਨੂੰ ਇਸਤੇਮਾਲ ਕਰਦਾ ਆ, ਦੁਸ਼ਟ ਦੇ ਕੰਮਾਂ ਨੂੰ ਨਸ਼ਟ ਕਰਨ ਲਈ ਸਾਨੂੰ ਇਸਤੇਮਾਲ ਕਰਦਾ ਆ। ਅੱਜ ਮੇਰੀ ਬੇਟੀ, ਮੇਰੇ ਬੇਟੇ, ਅੱਜ ਪਰਮੇਸ਼ਰ ਤੈਨੂੰ ਇਸਤੇਮਾਲ ਕਰਨਾ ਚਾਹੁੰਦਾ ਆ। ਇਹ ਅਧਿਕਾਰ ਮਸੀਹ ਤੋਂ ਪਹਿਲਾਂ ਸਾਡੇ ਕੋਲ ਨਹੀਂ ਹੁੰਦਾ ਹੈਗਾ। ਇਹ ਮਸੀਹ ਤੋਂ ਪਹਿਲਾਂ ਸਾਡੇ ਕੋਲ ਜਿਹੜੇ ਅਧਿਕਾਰ ਆ ਉਹ ਸ਼ੈਤਾਨ ਨੇ ਖੋਹ ਰੱਖੇ ਹੁੰਦੇ ਆ। ਬਾਈਬਲ ਦੇ ਵਿੱਚ ਲਿਖਿਆ ਇੱਥੋਂ ਤੱਕ ਕਿ ਨਰਕ ਦੇ ਉੱਤੇ ਵੀ ਸ਼ੈਤਾਨ ਦਾ ਅਧਿਕਾਰ ਸੀਗਾ, ਪਰ ਜਦੋਂ ਅਸੀਂ ਮਸੀਹ ਚ ਆ ਕੇ ਯਿਸੂ ਮਸੀਹ ਦੇ ਬਾਰੇ ਦੇਖਦੇ ਹਾਂ ਕਿ ਉਹਨੇ ਨਰਕ ਨੂੰ ਵੀ ਜਿੱਤ ਲਿਆ। ਸ਼ੈਤਾਨ ਦੇ ਕੋਲੋਂ ਜਿਹੜੀਆਂ ਪਤਾਲ ਦੀਆਂ ਕੁੰਜੀਆਂ ਸੀਗੀਆਂ ਉਹ ਵੀ ਯਿਸੂ ਮਸੀਹ ਨੇ ਉਹਦੇ ਕੋਲ ਲੈ ਲਈਆਂ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਪਰਮੇਸ਼ਵਰ ਨੇ ਕਿਆ ਕੀਤਾ,
ਯਿਸੂ ਮਸੀਹ ਦੇ ਦੁਆਰਾ ਪਤਾਲ ਨੂੰ ਵੀ ਜਿੱਤ ਲਿਆ। ਪਤਾਲ ਦੀਆਂ ਕੁੰਜੀਆਂ ਵੀ ਯਿਸੂ ਮਸੀਹ ਨੇ ਲੈ ਲਈਆਂ। ਹਾਲੇਲੂਇਆ। ਹਾਲੇਲੂਇਆ। ਅੱਜ ਵਿਦਆਊਟ ਜੀਸਸ ਕੋਈ ਵੀ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਹਾਲੇਲੂਇਆ। ਯਿਸੂ ਮਸੀਹ ਹੈ, ਯਿਸੂ ਦਾ ਕਲਾਮ ਹੈ, ਯਿਸੂ ਦੀ ਸਿੱਖਿਆ ਹੈ ਤਾਂ ਸਾਡੇ ਕੋਲ ਸਵਰਗ ਹੈ। अन्यथा कोई भी ਸਾਡੇ ਕੋਲ ਰਸਤਾ ਨਹੀਂ ਹੈਗਾ ਕਿ ਅਸੀਂ ਸਵਰਗ ਦੇ ਵਿੱਚ ਸਵਰਗੀ ਪਰਮੇਸ਼ਵਰ ਦੇ ਕੋਲ ਜਾ ਸਕੀਏ। ਬਾਈਬਲ ਦੇ ਵਿੱਚ ਲਿਖਿਆ ਜਦੋਂ ਇਸ ਸੱਪ ਨੂੰ ਸ਼ੈਤਾਨ ਨੇ ਇਸਤੇਮਾਲ ਕੀਤਾ, ਬੜੀ ਗੌਰ ਦੇ ਨਾਲ ਅੱਜ ਦਾ ਵਚਨ ਸੁਣਨੇ ਵਾਲਾ। ਪੜ੍ਹੀਏ ਜਰਾ ਅਗਲੀ ਆਇਤ ਇਸ ਦੀ। ਯੈਸ। ਅਤੇ ਉਸਨੇ ਉਸ ਤੀਵੀ ਨੂੰ ਆਖਿਆ, ਦੇਖੋ ਜਿਹੜੀ ਖੁਦਾ ਨੇ ਹਵਾ ਬਣਾਈ ਸੀ, ਜਿਹਦਾ ਪਹਿਲਾ ਨਾਮ ਸੀ ਹਵਾ, ਪਹਿਲੀ ਔਰਤ ਦਾ ਨਾਮ ਸੀਗਾ ਹਵਾ, ਜਿਹੜੀ ਪਰਮੇਸ਼ਵਰ ਨੇ ਮਿੱਟੀ ਦੇ ਵਿੱਚੋਂ ਰਚੀ ਸੀਗੀ। ਬਾਈਬਲ ਦੇ ਵਿੱਚ ਲਿਖਿਆ ਇਨਸਾਨ ਨੂੰ ਆਦਮੀ ਨੂੰ ਮਿੱਟੀ ਦੇ ਵਿੱਚੋਂ ਰਚਿਆ ਤੇ ਉਸ ਮਿੱਟੀ ਦੇ ਵਿੱਚੋਂ ਪਰਮੇਸ਼ਵਰ ਨੇ ਔਰਤ ਨੂੰ ਵੀ ਬਣਾਇਆ। ਤੇ ਇਹ ਉਹ ਔਰਤ ਸੀਗੀ ਜਿਹੜੀ ਦੁਨੀਆ ਦੀ ਪਹਿਲੀ ਔਰਤ ਸੀਗੀ, ਧਰਤੀ ਦੇ ਉੱਤੇ ਸਾਹ ਲੈਣ ਵਾਲੀ ਇਹ ਪਹਿਲੀ ਔਰਤ ਸੀਗੀ। ਤੇ ਬਾਈਬਲ ਦੇ ਵਿੱਚ ਲਿਖਿਆ ਸ਼ੈਤਾਨ ਨੇ ਸੱਪ ਦਾ ਰੂਪ ਲੈ ਕੇ, ਇਹ ਈਵਲ ਸਪਿਰਿਟ ਨੇ ਆਪਣਾ ਰੂਪ ਬਦਲਿਆ। ਜਦੋਂ ਰੂਪ ਬਦਲ ਕੇ ਇਹਨੇ ਸ਼ੈਤਾਨ ਨੇ ਜਦੋਂ ਆਪਣਾ ਰੂਪ ਬਦਲਿਆ ਤੇ ਇਹਨੇ ਉਸ ਚਲਾਕ ਜਾਨਵਰ ਨੂੰ ਇਸਤੇਮਾਲ ਕੀਤਾ ਜਿਹਨੂੰ ਅਸੀਂ ਸਨੇਕ ਕਹਿੰਦੇ ਆ। ਤੇ ਬਾਈਬਲ ਦੇ ਵਿੱਚ ਲਿਖਿਆ ਔਰਤ ਦੇ ਕੋਲ ਜਦੋਂ ਇਹ ਸੱਪ ਦੇ ਰੂਪ ਦੇ ਵਿੱਚ ਗਿਆ ਤਾਂ ਔਰਤ ਦੇ ਨਾਲ ਇਹਨੇ ਸਮਾਂ ਬਿਤਾਇਆ, ਗੱਲਾਂ ਕੀਤੀਆਂ। ਹਾਂ ਪੜ੍ਹੀਏ ਜਰਾ। ਭਲਾ ਪਰਮੇਸ਼ਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਇਹਦਾ ਜਿਹੜਾ ਸਵਾਲ ਹੀ ਇਹ ਸੀਗਾ ਕਿ ਉਲਝਣ ਪੈਦਾ ਕਰਨ ਵਾਲਾ, ਭਰਮਾਉਣ ਵਾਲਾ, ਦੁਸ਼ਟ ਨੇ ਭਰਮਾਉਣ ਵਾਲਾ ਸਵਾਲ ਕੀਤਾ। ਤੇ ਅੱਜ ਮੇਰੇ ਖੁਦਾ ਦੇ ਲੋਕੋ, ਅੱਜ ਅਸੀਂ ਆਪਣੇ ਮਸੀਹ ਦੇ ਉੱਤੋਂ ਜਦੋਂ ਭਰੋਸਾ ਹਟਾਨੇ ਆ ਜਾਂ ਅਸੀਂ ਮਸੀਹ ਦੇ ਕਹਿ ਸਕਦੇ ਆ ਉਹਦੇ ਬਲੀਦਾਨ ਨੂੰ ਭੁੱਲ ਜਾਂਦੇ ਆ, ਉਹਦੀ ਮੌਤ ਨੂੰ ਭੁੱਲ ਜਾਂਦੇ ਆ, ਉਹਦੇ ਜੀ ਉੱਠਣ ਨੂੰ ਭੁੱਲ ਜਾਂਦੇ ਆ, ਈਵਨ ਆਪਣੀਆਂ ਟੈਸਟਮਨੀਆਂ ਨੂੰ ਭੁੱਲ ਜਾਂਦੇ ਆ ਜਿਹੜੀਆਂ ਅਸੀਂ ਖੁਦਾ ਦੀ ਹਜ਼ੂਰੀ ਦੇ ਵਿੱਚ, ਖੁਦਾ ਦੇ ਸਾਹਮਣੇ, ਖੁਦਾ ਦੀ ਸੰਗਤ ਦੇ ਸਾਹਮਣੇ ਦਿੱਤੀਆਂ ਹੁੰਦੀਆਂ। ਕਿਉਂਕਿ ਸ਼ੈਤਾਨ ਸਾਨੂੰ ਭਰਮਾਉਣ ਦੇ ਲਈ ਪੂਰੀ ਕੋਸ਼ਿਸ਼ ਕਰਦਾ ਆ। ਪਰ ਯਾਦ ਰੱਖੋ ਜਿਨ੍ਹਾਂ ਦਾ ਭਰੋਸਾ ਪ੍ਰਭੂ ਤੇ ਆ, ਜਿਨ੍ਹਾਂ ਦਾ ਵਚਨ ਤੇ ਈਮਾਨ ਆ, ਜਿਹੜੇ ਖੁਦਾ ਦੇ ਉੱਤੇ ਭਰੋਸਾ ਰੱਖਦੇ ਆ, ਉਹ ਸ਼ੈਤਾਨ ਦੇ ਬਹਿਕਾਵੇ ਦੇ ਵਿੱਚ ਕਦੇ ਨਹੀਂ ਫਸਣਗੇ, ਉਹਦੇ ਜਾਲਾਂ ਵਿੱਚ ਕਦੇ ਨਹੀਂ ਫਸਣਗੇ, ਬਲਕਿ ਉਹਨਾਂ ਦੇ ਜਾਲ ਟੁੱਟਣਗੇ ਯਿਸੂ ਨਾਮ ਵਿੱਚ। ਹਾਲੇਲੂਇਆ। ਹਾਲੇਲੂਇਆ। ਇਸ ਕਰਕੇ ਅੱਜ ਸਾਨੂੰ ਜ਼ਰੂਰਤ ਆ ਉਸ ਭਰਮਾਉਣ ਵਾਲੇ ਦੇ ਪਲਾਨ ਨੂੰ ਜਾਣੀਏ, ਉਹ ਕਿਵੇਂ ਭਰਮਾ ਸਕਦਾ ਆ। ਕਿਉਂਕਿ ਜਿਹੜਾ ਇਹਨੇ ਸਵਾਲ ਹੀ ਕੀਤਾ ਸੀਗਾ ਉਹ ਏਦਾਂ ਦਾ ਉਲਝਣ ਭਰਿਆ ਸੀਗਾ। ਕਿਹੜਾ ਸਵਾਲ ਸੀਗਾ? ਪੜ੍ਹੀਏ ਜਰਾ ਮੇਰੇ ਨਾਲ। ਹਾਂ, ਔਰਤ ਨੂੰ ਕੀ ਆਖਿਆ? ਯੈਸ। ਭਲਾ ਪਰਮੇਸ਼ਰ ਨੇ ਸੱਚਮੁੱਚ ਆਖਿਆ ਹੈ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਹਾਂ। ਤੀਵੀ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲ ਤਾਂ ਅਸੀਂ ਖਾਂਦੇ ਹਾਂ। ਦੇਖੋ ਸਾਰੇ ਅਸੀਂ ਜਿਹੜੇ ਉਹ ਫਲ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ, ਹਾਂ, ਉਸ ਦੇ ਫਲ ਤੋਂ ਪਰਮੇਸ਼ਰ ਨੇ ਆਖਿਆ ਤੁਸੀਂ ਨਾ ਖਾਓ। ਹਾਂ। ਨਾ ਉਹਨੂੰ ਹੱਥ ਲਾਓ, ਨਾ ਉਹਨੂੰ ਤੁਸੀਂ ਛੂਹਣਾ ਤੇ ਨਾ ਉਹਨੂੰ ਕੀ ਕਰਨਾ, ਤੁਸੀਂ ਖਾਣਾ। ਅਜਿਹਾ ਦੋ ਨਾ ਹੋਵੇ। ਗੱਲਾਂ ਜਿਹੜੀਆਂ ਪਰਮੇਸ਼ਵਰ ਨੇ ਉਹਨਾਂ ਨੂੰ ਨਹੀਂ ਕਹੀਆਂ ਸੀਗੀਆਂ। ਪਰਮੇਸ਼ਵਰ ਨੇ ਕੇਵਲ ਉਹਨਾਂ ਨੂੰ ਖਾਣੇ ਲਈ ਮਨਾਹੀ ਕੀਤੀ ਸੀ। ਪਰਮੇਸ਼ਵਰ ਨੇ ਉਹਨਾਂ ਨੂੰ ਛੂਹਣ ਲਈ ਮਨਾਹੀ ਨਹੀਂ ਕੀਤੀ ਸੀ। ਪਰਮੇਸ਼ਵਰ ਨੇ ਉਹਨਾਂ ਨੂੰ ਟੱਚ ਕਰਨ ਲਈ ਮਨਾਹੀ ਨਹੀਂ ਕੀਤੀ ਸੀ। ਸਿਰਫ ਪਰਮੇਸ਼ਵਰ ਨੇ ਉਹਨੂੰ ਖਾਣ ਲਈ ਮਨਾ ਕੀਤਾ ਸੀਗਾ। ਜਦੋਂ ਔਰਤ ਨੇ ਇਸ ਗੱਲ ਨੂੰ ਕਿਹਾ ਕਿ ਉਹਨੂੰ ਛੂਹਣਾ ਵੀ ਮਨਾ ਆ, ਤੇ ਇਸੇ ਗੱਲ ਦਾ ਸ਼ੈਤਾਨ ਨੇ ਫਾਇਦਾ ਉਠਾਇਆ। ਅੱਜ ਵੀ ਖੁਦਾ ਦੀ ਸੰਗਤ ਦੇ ਵਿੱਚ ਪਰਮੇਸ਼ਵਰ ਦੇ ਪਿੱਛੇ ਚੱਲਣ ਵਾਲੇ ਲੋਕ ਜਿਹੜੇ ਆ ਉਹ ਕਿਉਂ ਭਰਮਾਏ ਜਾਂਦੇ ਆ? ਅੱਜ ਸ਼ੈਤਾਨ ਸਾਡੀਆਂ ਗੱਲਾਂ ਦੇ ਵਿੱਚੋਂ ਸਾਨੂੰ ਫਸਾ ਲੈਂਦਾ ਆ ਤੇ ਅਸੀਂ ਨਸ਼ਾ ਵਿੱਚ ਚਲੇ ਜਾਂਦੇ ਆ, ਪਾਪ ਵਿੱਚ ਚਲੇ ਜਾਂਦੇ ਆ, ਜਨਾਹਕਾਰੀ ਦੇ ਵਿੱਚ ਚਲੇ ਜਾਂਦੇ ਆ, ਅਸੀਂ ਗਲਤ ਸੰਗਤ ਦੇ ਵਿੱਚ ਚਲੇ ਜਾਂਦੇ ਆ, ਅਸੀਂ ਭੈੜੇ ਲੋਕਾਂ ਦੇ ਨਾਲ ਆਪਣਾ ਰਿਸ਼ਤਾ ਬਣਾਉਣਾ ਸ਼ੁਰੂ ਕਰਦੇ ਆ, ਅਸੀਂ ਆਪਣੇ ਮਾਪੇ ਦੇ ਅਣਆਗਿਆਕਾਰੀ ਬਣਨੇ ਸ਼ੁਰੂ ਕਰਦੇ ਆ, ਅਸੀਂ ਪਰਮੇਸ਼ਵਰ ਦੇ ਵਚਨ ਨੂੰ ਉਲੰਘ ਦਿੰਦੇ ਆ, ਅਸੀਂ ਆਪਣੇ ਫਿਜ਼ੀਕਲ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਅਸੀਂ ਤੋੜ ਦਿੰਦੇ ਆ। ਬਾਈਬਲ ਦੇ ਵਿੱਚ ਲਿਖਿਆ ਇਹ ਸਾਰੀਆਂ ਭਰਮਾਉਣ ਵਾਲੀਆਂ ਬਦਰੂਹਾਂ ਜਿਹੜੀਆਂ ਇਨਸਾਨ ਨੂੰ ਭਰਮਾ ਲੈਣੀਆਂ ਤੇ ਇਨਸਾਨ ਭਰਮਾਇਆ ਜਾਂਦਾ। ਮੇਰਾ ਅੱਜ ਦਾ ਵਚਨ ਤੁਹਾਨੂੰ ਇਹੀ ਪਰਮੇਸ਼ਵਰ ਦੇ ਪ੍ਰਤੀ ਵਫਾਦਾਰ ਔਰ ਈਮਾਨਦਾਰ ਬਣਾ ਕੇ ਕਿ ਤੁਸੀਂ ਭਰਮਾਏ ਨਾ ਜਾਓ, ਬਲਕਿ ਦੁਸ਼ਟ ਨੂੰ ਛੋਟਾ ਸਮਝੋ,
ਦੁਸ਼ਟ ਦੀਆਂ ਚਲਾਕੀਆਂ ਨੂੰ ਛੋਟਾ ਸਮਝੋ, ਉਹਦੇ ਪਲਾਨ ਨੂੰ ਡਿਸਮਿਸ ਕਰੋ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਵਰ ਦੇ ਨਾਲ ਸੰਬੰਧ ਕਾਇਮ ਕਰੋ। ਆਮੇਨ। ਹਾਲੇਲੂਇਆ। ਹਾਲੇਲੂਇਆ। ਅੱਜ ਦਾ ਵਚਨ ਤੁਹਾਡੇ ਲਈ ਇਹੀ ਸਿੱਖਿਆ ਅੱਜ ਦਾ ਪਰਮੇਸ਼ਵਰ ਦਾ ਵਚਨ ਜਿਹੜਾ ਸਾਨੂੰ ਦੇ ਰਿਹਾ ਕਿ ਅਸੀਂ ਭਰਮਾਏ ਨਹੀਂ ਜਾਣਾ ਹੈਗਾ, ਅਸੀਂ ਬਹਿਕਾਵੇ ਦੇ ਵਿੱਚ ਨਹੀਂ ਆਣਾ ਹੈਗਾ, ਆਪਣੀਆਂ ਜੜ੍ਹਾਂ ਜਿਹੜੀਆਂ ਪੁੱਟਣੀਆਂ ਨਹੀਂ ਹੈਗੀਆਂ। ਚਾਹੇ ਦੁਸ਼ਟ ਸਾਡੇ ਕੁੰਬਲਾਂ ਨੂੰ ਨੁਕਸਾਨ ਪਹੁੰਚਾ ਸਕਦਾ, ਸਾਡੇ ਫਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਆ, ਪਰ ਸਾਡੀਆਂ ਜੜ੍ਹਾਂ ਨੂੰ ਉਹ ਛੂ ਨਹੀਂ ਪਾਏਗਾ ਜਦੋਂ ਤੱਕ ਅਸੀਂ ਖੁਦ ਇਜਾਜ਼ਤ ਨਹੀਂ ਦਿੰਦੇ। ਹਾਲੇਲੂਇਆ। ਉਹ ਸਾਡੀਆਂ ਜੜ੍ਹਾਂ ਤੱਕ ਪਹੁੰਚ ਨਹੀਂ ਪਾਏਗਾ ਜਦੋਂ ਤੱਕ ਅਸੀਂ ਖੁਦ ਇਜਾਜ਼ਤ ਨਹੀਂ ਦਿੰਦੇ। ਜੇ ਬੂਟਾ ਜੜ ਤੋਂ ਹੀ ਪੱਟ ਹੋ ਗਿਆ ਤਾਂ ਦੁਬਾਰਾ ਉਹ ਲੱਗੇਗਾ ਨਹੀਂ, ਪਰ ਜੇ ਦੀਆਂ ਕੁੰਬਲਾਂ ਜਾਂ ਉਹਦੇ ਚੋਂ ਟੁੱਟ ਗਿਆ ਤਾਂ ਵੀ ਉਹਲੇ ਉਮੀਦ ਆ ਕਿ ਦੁਬਾਰਾ ਕੀ ਕਰ ਸਕਦਾ ਹੈ, ਉਹ ਦੁਬਾਰਾ ਉਹਨੂੰ ਫਲ ਲੱਗ ਸਕਦਾ, ਦੁਬਾਰਾ ਉਹਨੂੰ ਕੁੰਬਲਾਂ ਆ ਸਕਦੀਆਂ ਆ। ਮੇਰੇ ਕਹਿਣ ਦਾ ਮਤਲਬ, ਅੱਜ ਜੇ ਅਸੀਂ ਜੜ ਤੋਂ ਹੀ ਮਸੀਹ ਨੂੰ ਛੱਡ ਦਿੱਤਾ, ਆਪਣੇ ਦਿਲ ਤੋਂ ਹੀ ਮਸੀਹ ਨੂੰ ਛੱਡ ਦਿੱਤਾ, ਤਿਆਗ ਦਿੱਤਾ, ਤਾਂ ਦੁਬਾਰਾ ਅਸੀਂ ਕਿੱਦਾਂ ਪ੍ਰਭੂ ਦੇ ਕੋਲ ਆਵਾਂਗੇ, ਤਾਂ ਕੀ ਮੂੰਹ ਦਿਖਾਵਾਂਗੇ, ਤਾਂ ਕੀ ਅਸੀਂ ਪਰਮੇਸ਼ਵਰ ਦੇ ਅੱਗੇ ਆਪਣੇ ਜੀਵਨ ਨੂੰ ਪੇਸ਼ ਕਰਾਂਗੇ, ਕੀ ਅਸੀਂ ਦਿਖਾਵਾਂਗੇ ਕਿ ਅਸੀਂ ਧਰਤੀ ਉੱਤੇ ਬਹੁਤ ਸਾਰਾ ਪੈਸਾ ਕਮਾਇਆ, ਬਹੁਤ ਸਾਰਾ ਅਸੀਂ ਆਰਾਮ ਪਾਇਆ, ਜਾਂ ਬਹੁਤ ਸਾਰੇ ਸਾਡੇ ਖੇਤ ਸੀਗੇ, ਬਹੁਤ ਸਾਡਾ ਬੈਂਕ ਅਕਾਊਂਟ ਦੇ ਵਿੱਚ ਬੈਲੈਂਸ ਸੀਗਾ, ਜਾਂ ਬਹੁਤ ਅਸੀਂ ਮਿਹਨਤ ਕੀਤੀ, ਮਹਿਲ ਚੁਬਾਰੇ ਬਣਾਏ, ਜਾਂ ਅਸੀਂ ਬਹੁਤ ਹੀ ਸੰਘਰਸ਼ ਕੀਤਾ, ਜਾਂ ਬਹੁਤ ਸਾਡੀ ਫੈਮਿਲੀ ਸੀਗੀ। ਪਰਮੇਸ਼ਵਰ ਨੂੰ ਇਹ ਗੱਲਾਂ ਦਾ ਕੁਝ ਵੀ ਨਾ ਕਦੇ ਲੈਣਾ ਦੇਣਾ ਸੀ ਤੇ ਨਾ ਹੈ। ਪਰਮੇਸ਼ਵਰ ਨੇ ਇਹ ਸਾਨੂੰ ਬਲੇਸਿੰਗ ਵਿੱਚ ਰੱਖਿਆ। ਪ੍ਰਭੂ ਕਹਿੰਦਾ, ਤੁਸੀਂ ਮੇਰੇ ਵਿੱਚ ਕਿੰਨਾ ਰਹੇ ਤੇ ਮੇਰੇ ਵਚਨ ਤੁਹਾਡੇ ਵਿੱਚ ਕਿੰਨਾ ਰਹੇ, ਮੇਰੀ ਇੱਛਾ ਨੂੰ ਤੁਸੀਂ ਕਿੰਨਾ ਪੂਰਾ ਕੀਤਾ, ਮੇਰੇ ਲਈ ਸਮਾਂ ਕਿੰਨਾ ਕੱਢਿਆ। ਹਾਲੇਲੂਇਆ। ਤੇ ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਇਸ ਗੱਲਾਂ ਨੂੰ ਸਿੱਖੋ, ਕਿਉਂਕਿ ਔਰਤ ਇਹਨਾਂ ਗੱਲਾਂ ਦੇ ਵਿੱਚ ਭਰਮਾਈ ਗਈ ਤੇ ਉਹ ਉਸ ਬਹਿਕਾਣ ਵਾਲੇ ਦੇ ਗੱਲਾਂ ਦੇ ਨਾਲ ਬਹਿਕਾਈ ਗਈ, ਤੇ ਲਿਖਿਆ ਆ ਪਰਮੇਸ਼ਵਰ ਦੀ ਜਲਾਲੀ ਰੂਹ, ਜਲਾਲ ਪਰਮੇਸ਼ਵਰ ਦਾ ਉਹਦੇ ਤੋਂ ਚੱਕਿਆ ਗਿਆ। ਮੈਂ ਨਹੀਂ ਚਾਹੁੰਦਾ ਸਾਡੀ ਲਾਈਫ ਦੇ ਵਿੱਚ ਪਰਮੇਸ਼ਵਰ ਦਾ ਜਿਹੜਾ ਸਾਨੂੰ ਵਰਦਾਨ ਮਿਲਿਆ, ਪਰਮੇਸ਼ਵਰ ਦੀ ਜਿਹੜੀ ਸਾਨੂੰ ਸ਼ਕਤੀ ਮਿਲੀ ਆ, ਜਾਂ ਪਰਮੇਸ਼ਵਰ ਦੇ ਪ੍ਰਤੀ ਵਫਾਦਾਰੀ ਮਿਲੀ ਆ, ਜਾਂ ਸਾਡੀ ਟੈਸਟਮਨੀ ਸਹੀ ਆ, ਸ਼ੈਤਾਨ ਨੂੰ ਵਿਗਾੜੇ ਜਾਂ ਸਾਡੀ ਸਾਮਰਥ ਨੂੰ ਘੱਟ ਕਰੇ, ਸਾਨੂੰ ਬੈਕਸਲੈਟ ਕਰੇ। ਮੈਂ ਚਾਹਨਾ ਅੱਜ ਦੇ ਸੰਡੇ ਤੁਸੀਂ ਆਤਮਾ ਵਿੱਚ ਸਰਗਮ ਹੋਵੋ ਔਰ ਪਰਮੇਸ਼ਵਰ ਦੇ ਵੱਲ ਆਪਣਾ ਕਦਮ ਵਧਾਓ। ਹਾਲੇਲੂਇਆ। ਖੁਦਾ ਦੇ ਵੱਲ ਜਿਹੜਾ ਕਦਮ ਵਧਾਉਂਦਾ ਆ ਤੇ ਖੁਦਾ ਉਹਦੇ ਵੱਲ ਬਹੁਤ ਰਿਟਰਨ ਉਹਨੂੰ ਮਤਲਬ ਕਿ ਹਜ਼ਾਰਾਂ ਹੀ ਕਦਮ ਉਹਦੇ ਵੱਲ ਵਧਾਉਂਦਾ। ਤੇ ਸਾਨੂੰ ਜ਼ਰੂਰਤ ਹੈ ਅੱਜ ਅਸੀਂ ਖੁਦਾ ਦੇ ਵੱਲ ਆਪਣਾ ਧਿਆਨ ਲਗਾਈਏ, ਖੁਦਾ ਦੇ ਵਚਨ ਦੇ ਵੱਲ ਧਿਆਨ ਲਗਾਈਏ। ਜੇ ਇਹ ਔਰਤ ਜਿਹੜੀ ਪਹਿਲੀ ਬਣਾਈ ਸੀਗੀ, ਜੇ ਇਹ ਕਹਿ ਦਿੰਦੀ ਪਰਮੇਸ਼ਵਰ ਨੇ ਸਾਨੂੰ ਕੇਵਲ ਖਾਣੇ ਤੋਂ ਮਨਾ ਕੀਤਾ ਆ, ਤਾਂ ਸ਼ਾਇਦ ਉੱਥੇ ਭਰਮਾਉਣ ਵਾਲਾ ਨਾ ਉਹਦੀਆਂ ਗੱਲਾਂ ਦੇ ਵਿੱਚੋਂ ਕੋਈ ਗੱਲ ਲੈਂਦਾ। ਪਰ ਜਦੋਂ ਅਸੀਂ ਆਪਣੀ ਮਰਜ਼ੀ ਨਾਲ ਆਪਣਾ ਬਚਾਓ ਦੇਖਦੇ ਆ, ਜਾਂ ਆਪਣੀ ਇੱਛਾ ਸਵੈ ਇੱਛਾ ਦੇ ਨਾਲ ਆਪਣੀ ਬਰਕਤ ਨੂੰ ਦੇਖਦੇ ਆ, ਅਸੀਂ ਫੇਲ ਹੋ ਜਾਂਦੇ ਆ। ਜਾਂ ਅਸੀਂ ਆਪਣੀ ਸਵੈ ਇੱਛਾ ਦੇ ਨਾਲ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਫੇਲ ਹੋ ਜਾਂਦੇ ਆ। ਜਾਂ ਅਸੀਂ ਆਪਣੀ ਕਹਿ ਸਕਦੇ ਆ ਸੋਚ ਦੇ ਮੁਤਾਬਿਕ ਕੁਝ ਬਣਾਉਣ ਦੀ ਕੋਸ਼ਿਸ਼ ਕਰਦੇ, ਉਹ ਬਣਦਾ ਨਹੀਂ ਹੈਗਾ। ਜਾਂ ਜਾਣ ਦੀ ਕੋਸ਼ਿਸ਼ ਕਰਦੇ, ਅਸੀਂ ਜਾ ਨਹੀਂ ਪਾਉਂਦੇ। ਜਾਂ ਕਿਸੇ ਵੀ ਚੀਜ਼ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ, ਖਰੀਦ ਨਹੀਂ ਪਾਉਂਦੇ। ਪਰ ਜਦੋਂ ਅਸੀਂ ਗੋਡ ਦੇ ਵਚਨ ਦੇ ਮੁਤਾਬਿਕ, ਵਰਡ ਆਫ ਗੋਡ ਦੇ ਮੁਤਾਬਿਕ ਅਸੀਂ ਚੱਲਣਾ ਸ਼ੁਰੂ ਕਰਦੇ ਆ, ਤੇ ਬਾਈਬਲ ਦੇ ਵਿੱਚ ਲਿਖਿਆ ਉਹਦੇ ਵਿੱਚ ਕਾਮਯਾਬੀ ਤੁਹਾਡੇ ਮੋਹਰੇ ਹੁੰਦੀ ਆ। ਹਾਲੇਲੂਇਆ। ਕਾਮਯਾਬੀ ਤੁਹਾਡੇ ਮੋਹਰੇ ਹੁੰਦੀ ਆ, ਜਲਾਲ ਪਰਮੇਸ਼ਵਰ ਦਾ ਮੋਹਰੇ ਹੁੰਦਾ ਆ, ਪਰਮੇਸ਼ਵਰ ਦੀ ਸਤੁਤੀ ਮੋਹਰੇ ਹੁੰਦੀ ਆ। ਇਸ ਕਰਕੇ ਮੇਰੀ ਬੇਟੀ, ਮੇਰੇ ਬੇਟੇ, ਅੱਜ ਪਰਮੇਸ਼ਵਰ ਦੇ ਵਚਨ ਤੋਂ ਸਿੱਖ। ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਪ੍ਰੇਅਰ ਦੇ ਵਿੱਚ ਲੈ ਕੇ ਜਾਵਾਂ, ਧਿਆਨ ਕਰ ਕਿ ਸ਼ੈਤਾਨ ਨੇ ਉਹਨੂੰ ਬਹਿਕਾਇਆ। ਸ਼ੈਤਾਨ ਬਹਿਕਾਉਣ ਦੀ ਕੋਸ਼ਿਸ਼ ਕਰ ਸਕਦਾ ਆ, ਭਰਮਾਉਣ ਦੀ ਕੋਸ਼ਿਸ਼ ਕਰ ਸਕਦਾ ਆ। ਅੱਜ ਜਿਹੜਾ ਸਮਾਂ ਆ ਉਹ ਇਹੀ ਸਮਾਂ ਚੱਲ ਰਿਹਾ ਕਿ ਸ਼ੈਤਾਨ ਜਿਹੜਾ ਆ ਉਹ ਜਵਾਨਾਂ ਨੂੰ ਭਰਮਾ ਰਿਹਾ ਆ, ਬਜ਼ੁਰਗਾਂ ਨੂੰ ਔਰ ਹਰ ਇੱਕ ਬੱਚੇ ਨੂੰ ਭਰਮਾ ਰਿਹਾ ਆ। ਪਰਮੇਸ਼ਵਰ ਦੀ ਜਿਹੜੀ ਪ੍ਰੈਜ਼ੈਂਟ ਆ, ਪਰਮੇਸ਼ਵਰ ਦੀ ਜਿਹੜੀ ਹਜ਼ੂਰੀ ਪਵਿੱਤਰਤਾ ਹੀ ਆ, ਉਹਦੇ ਵਿੱਚੋਂ ਉਹ ਸਾਨੂੰ ਹਟਾਉਣਾ ਚਾਹੁੰਦਾ ਆ। ਸਾਡੇ ਉੱਤੇ ਜਿਹੜਾ ਪਰਮੇਸ਼ਵਰ ਦਾ ਜਲਾਲ ਆ ਉਹਨੂੰ ਹਟਾਉਣਾ ਚਾਹੁੰਦਾ ਆ, ਕਿਉਂਕਿ ਬਾਈਬਲ 'ਚ ਲਿਖਿਆ ਜਿੱਥੇ ਪ੍ਰਭੂ ਦਾ ਜਲਾਲ ਆ ਉੱਥੇ ਦੁਸ਼ਟ ਨਹੀਂ ਠਹਿਰ ਸਕਦਾ, ਜਿੱਥੇ ਦੁਸ਼ਟ ਆ ਤੇ ਉੱਥੇ ਪ੍ਰਭੂ ਨਹੀਂ ਠਹਿਰ ਸਕਦਾ। ਇਸ ਕਰਕੇ ਇੱਥੇ ਜਿਹੜਾ ਸੀਗਾ ਸ਼ੈਤਾਨ ਉਹਦੀਆਂ ਗੱਲਾਂ ਨੂੰ ਕੀ ਕਰ ਰਿਹਾ ਸੀਗਾ, ਕੈਚ ਕਰ ਰਿਹਾ ਸੀਗਾ। ਤੇ ਬਾਈਬਲ ਦੇ ਵਿੱਚ ਲਿਖਿਆ ਇਸ ਔਰਤ ਨੇ ਸ਼ੈਤਾਨ ਦੇ ਬਹਿਕਾਵੇ ਦੇ ਵਿੱਚ ਆ ਕੇ ਉਸ ਫਲ ਨੂੰ ਖਾਧਾ ਜਿਹੜਾ ਪਰਮੇਸ਼ਵਰ ਨੇ ਮਨਾ ਕੀਤਾ ਸੀ। ਉਸ ਤੋਂ ਬਾਅਦ ਉਹ ਸ਼ੈਤਾਨ ਦੇ ਅੰਡਰ ਆ ਗਏ, ਸ਼ੈਤਾਨ ਨੇ ਉਹਨਾਂ ਦੇ ਉੱਤੇ ਦਬਦਬਾ ਰੱਖਿਆ। ਪਰ ਮੈਂ ਚਾਹਨਾ ਕਿ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਣਾ, ਬਾਈਬਲ 'ਚ ਲਿਖਿਆ ਕਿੰਨਾ ਹੀ ਭਿਆਨਕ ਆ, ਕਿੰਨਾ ਹੀ ਖਤਰਨਾਕ ਆ। ਔਰ ਮੈਂ ਅੱਜ ਦੱਸਣਾ ਚਾਹਨਾ ਪਰਮੇਸ਼ਵਰ ਇੱਕ ਆਗਿਆ ਜਿਹੜੀ ਭਸਮ ਕਰਨ ਵਾਲੀ ਆਗਿਆ, ਪਾਪ ਨੂੰ, ਗੁਨਾਹਾਂ ਨੂੰ, ਬਦੀਆਂ ਨੂੰ। ਜਦੋਂ ਖੁਦਾ ਦੀ ਹਜ਼ੂਰੀ ਦੇ ਵਿੱਚ ਅਸੀਂ ਵੱਧਦੇ ਆ
ਤੇ ਸਾਨੂੰ ਪਰਮੇਸ਼ਵਰ ਇੱਕ ਅੱਗ ਦੇ ਦੁਆਰਾ ਕੀ ਕਰਦਾ, ਚਲਾਉਂਦਾ ਆ। ਅੱਗ ਦੇ ਦੁਆਰਾ ਸਾਡੀ ਜ਼ਿੰਦਗੀ ਨੂੰ ਸਾਫ਼ ਕਰਦਾ ਆ। ਹਾਲੇਲੂਇਆ। ਅੱਗ ਦੇ ਦੁਆਰਾ ਸਾਡੀ ਜ਼ਿੰਦਗੀ ਦੇ ਵਿੱਚੋਂ ਪਾਪਾਂ ਨੂੰ ਭਸਮ ਕਰਦਾ, ਗਲਤੀਆਂ ਨੂੰ ਭਸਮ ਕਰਦਾ, ਗੁਨਾਹਾਂ ਨੂੰ ਮਾਫ ਕਰਦਾ। ਤੇ ਬਾਈਬਲ ਦੇ ਵਿੱਚ ਲਿਖਿਆ, ਉਸ ਤੋਂ ਬਾਅਦ ਪਰਮੇਸ਼ਵਰ ਸਾਨੂੰ ਮੌਕਾ ਦਿੰਦਾ ਕਿ ਦੁਆਰਾ ਪਾਪ ਨਾ ਕਰੀ, ਦੁਆਰਾ ਤੂੰ ਉਹ ਗਲਤ ਸੰਗਤ 'ਚ ਨਾ ਜਾਈਂ, ਦੁਆਰਾ ਨਸ਼ਾ ਨਾ ਕਰੀ, ਦੁਆਰਾ ਤੂੰ ਇਵਲ ਸਪਿਰਿਟ ਦੇ ਬਹਿਕਾਵੇ ਦੇ ਵਿੱਚ ਨਾ ਆਈ, ਕਿਉਂਕਿ ਮੈਂ ਤੇਰੇ ਲਈ ਜਾਨ ਦੇ ਦਿੱਤੀ, ਮੈਂ ਤੇਰੇ ਲਈ ਆਪਣਾ ਬੇਸ਼ਕੀਮਤੀ ਲਹੂ ਬਹਾ ਦਿੱਤਾ, ਉਸ ਤੋਂ ਬਾਅਦ ਮੈਂ ਬਹਾਵਾਂਗਾ ਨਹੀਂ। ਅੱਜ ਮੌਕਾ ਆ ਤੈਨੂੰ ਪਰਮੇਸ਼ਵਰ ਦੇ ਰਿਹਾ ਕਿ ਤੂੰ ਉਹਨਾਂ ਚੀਜ਼ਾਂ ਤੋਂ, ਬਹਿਕਾਵੇ ਤੋਂ ਬਾਹਰ ਆ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ, ਜਦੋਂ ਉਹਨੇ ਫਲ ਖਾਦਾ ਤੇ ਉਹਦੇ ਔਰਤ ਦੇ ਉੱਤੋਂ ਤੇ ਉਹਦੇ ਪਤੀ ਦੇ ਜਿਹੜਾ ਆਦਮ ਸੀ ਉਹਦੇ ਉੱਤੋਂ ਪਰਮੇਸ਼ਵਰ ਦੀ ਹਜ਼ੂਰੀ ਚਲੇ ਗਈ, ਪਰਮੇਸ਼ਵਰ ਦਾ ਜਲਾਲ ਚਲੇ ਗਿਆ, ਪਰਮੇਸ਼ਵਰ ਦੀ ਪਵਿੱਤਰਤਾ ਹੀ ਚਲੇ ਗਈ। ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੀ ਜ਼ਿੰਦਗੀ 'ਚ ਜਿਹੜੀ ਬਰਕਤ ਠਹਿਰਨੇ ਵਾਲੀ ਸੀ, ਉਹ ਬਰਕਤ ਜਿਹੜੀ ਸੀਗੀ, ਉਹ ਬਰਕਤ ਉਹਨਾਂ ਦੇ ਕੋਲੋਂ ਚਲੇ ਗਈ। ਉਹ ਸਦਾ ਦੀ ਜ਼ਿੰਦਗੀ ਤੇ ਉਹ ਵਾਂਝੇ ਰਹਿ ਗਏ। ਇਟਰਨਲ ਲਾਈਫ ਉਹਨਾਂ ਦੇ ਕੋਲੋਂ ਗਵਾਚ ਗਈ, ਦੂਰ ਹੋ ਗਈ। ਉਹ ਜਿਹੜਾ ਸਦਾ ਦੀ ਜ਼ਿੰਦਗੀ ਦਾ ਫਲ ਸੀਗਾ, ਉਹ ਉਹਨਾਂ ਤੋਂ ਦੂਰ ਹਟਾ ਲਿਆ ਗਿਆ। ਪਰਮੇਸ਼ਵਰ ਨੇ ਕਿੰਨਾ ਕੁਝ ਉਹਨਾਂ ਤੋਂ ਦੂਰ ਕੀਤਾ, ਕਿਉਂਕਿ ਉਹ ਅੰਡਰ ਸ਼ੈਤਾਨ ਦੇ ਆ ਗਏ ਸੀ। ਜਦੋਂ ਅਸੀਂ ਦੁਸ਼ਟ ਦੇ ਅੰਡਰ ਹੁੰਨੇ ਆ, ਚਾਹੇ ਸਾਡਾ ਬਿਜ਼ਨਸ, ਸਾਡੇ ਕੰਮ, ਸਾਡੇ ਜੀਵਨ, ਉਦੋਂ ਤੱਕ ਪਰਮੇਸ਼ਵਰ ਸਾਨੂੰ ਬਲੇਸਿੰਗ ਨਹੀਂ ਦਿੰਦਾ। ਸਾਨੂੰ ਪਹਿਲਾਂ ਦੁਸ਼ਟ ਦੇ ਅੰਡਰ ਤੋਂ ਉਹ ਬਾਹਰ ਕੱਢਦਾ, ਉਸ ਤੋਂ ਬਾਅਦ ਆਪਣਾ ਆਸ਼ੀਰਵਾਦ ਵਾਲਾ ਹੱਥ ਵਧਾਉਂਦਾ ਆ। ਹਾਲੇਲੂਇਆ। ਸਭ ਤੋਂ ਜ਼ਰੂਰੀ ਮਹੱਤਵਪੂਰਨ ਗੱਲ ਜਿਹੜੀ ਹੋਈ ਆ ਕਿ ਅਸੀਂ ਸ਼ੈਤਾਨ ਦੇ ਅੰਡਰ ਨਹੀਂ ਰਹਿ ਸਕਦੇ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਚ ਦੇਖਦੇ ਹਾਂ, ਕਹਾਵਤਾਂ ਦੇ ਵਿੱਚੋਂ ਉਹਦਾ 6 ਅਧਿਆਇ ਦੇਖਦੇ ਹਾਂ, ਉਹਦੀ 27 ਔਰ 28 ਅਧ ਦੇਖਦੇ ਹਾਂ, ਪਰਮੇਸ਼ਵਰ ਦੀ ਹਜ਼ੂਰੀ ਚ ਆਣਾ, ਪਰਮੇਸ਼ਵਰ ਨੂੰ ਮੰਨਣਾ। ਬਾਈਬਲ ਦੇ ਵਿੱਚ ਲਿਖਿਆ, ਇੱਕ ਅੱਗ ਨੂੰ ਅਸੀਂ ਕੀ ਕਰਦੇ ਹਾਂ, ਆਪਣੀ ਬੁੱਕਲ ਦੇ ਵਿੱਚ ਲੈਂਦੇ ਹਾਂ। ਕੀ ਕੋਈ ਅੱਗ ਨੂੰ ਕੀ ਕਰ ਸਕਦਾ, ਬੁੱਕਲ ਵਿੱਚ ਲੈ ਸਕਦਾ ਆ? ਰਾਜਾ ਸੁਲੇਮਾਨ ਸਾਨੂੰ ਆਪਣੀਆਂ ਕਹਾਵਤਾਂ ਦੇ ਵਿੱਚ ਇਹ ਵਚਨ ਦੱਸਦਾ, ਪੜੋ ਜਰਾ। ਯੈਸ। ਭਲਾ ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸਕਦਾ ਹੈ? ਭਲਾ ਕੋਈ ਮਨੁੱਖ ਆਪਣੀ ਬੁੱਕਲ ਦੇ ਵਿੱਚ ਅੱਗ ਨੂੰ ਲੈ ਸਕਦਾ ਹੈ ਤੇ ਉਹਦੇ ਲੀੜੇ ਨਾ ਸੜਨ? ਕਿ ਉਹਦੇ ਕੱਪੜੇ ਨਾ ਸੜਨ? ਏਦਾਂ ਕਦੇ ਹੋ ਸਕਦਾ ਆ ਕਿ ਇਨਸਾਨ ਨੇ ਕੀ ਕੀਤਾ, ਅੱਗ ਨੇ ਉਹਨੂੰ ਨਹੀਂ ਸਾੜਿਆ, ਬਲਕਿ ਉਹ ਸੜਨ ਦੇ ਲਈ ਅੱਗ ਨੂੰ ਜੱਫੀ ਪਾ ਰਿਹਾ ਹੈ ਜਾ ਕੇ। ਕੀ ਹੋ ਸਕਦਾ ਕਿ ਉਹ ਨਾ ਸੜੇ? ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਅਸੀਂ ਕਦੇ ਨਾ ਸੁਣਿਆ, ਨਾ ਕਦੇ ਕਿਸੇ ਦਾ ਪ੍ਰਚਾਰ ਸੁਣਿਆ ਕਿ ਅੱਗ ਨੇ ਕਿਸੇ ਨੂੰ ਨਾ ਸਾੜਿਆ। ਬਾਈਬਲ ਦੇ ਵਿੱਚ ਲਿਖਿਆ ਕਿ ਜੋ ਕੋਈ ਅੱਗ ਨੂੰ ਬੁੱਕਲ ਦੇ ਵਿੱਚ ਲੈਂਦਾ ਤਾਂ ਉਹਦੇ ਲੀੜੇ ਹੋ ਸਕਦਾ ਕਿ ਉਹ ਨਾ ਸੜਨ, ਜਾਂ ਕੋਈ ਅੰਗਿਆਰਿਆਂ ਤੇ ਚੱਲਦਾ ਆ ਕਿ ਉਹਦੇ ਪੈਰ ਨਾ ਸੜਨ। ਹਾਲੇਲੂਇਆ। ਇਹ ਕਿਸ ਤਰ੍ਹਾਂ ਹੋ ਸਕਦਾ? ਬਾਈਬਲ ਦੇ ਵਿੱਚ ਲਿਖਿਆ, ਜਿਹੜੀਆਂ ਗੱਲਾਂ ਇੰਪੋਸੀਬਲ ਆ, ਉਹ ਕਿੱਦਾਂ ਪੋਸੀਬਲ ਹੋ ਸਕਦੀਆਂ ਹੈ? ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਅਸੀਂ ਪਰਮੇਸ਼ਵਰ ਦੀ ਆਤਮਾ ਦੁਆਰਾ, ਪਰਮੇਸ਼ਵਰ ਦੇ ਜਲਾਲੀ ਰੂਹ ਦੇ ਦੁਆਰਾ, ਪਰਮੇਸ਼ਵਰ ਦੇ ਸਮਰਥੀ ਵਚਨ ਦੇ ਦੁਆਰਾ ਅਸੀਂ ਭਰੇ ਹੋਏ ਹੁੰਨੇ ਆ, ਖੁਦਾ ਦੀ ਅੱਗ ਸਾਡੇ ਅੰਦਰ ਹੁੰਦੀ ਆ, ਪਰਮੇਸ਼ਵਰ ਦੀ ਜਲਾਲੀ ਅੱਗ ਸਾਡੇ ਅੰਦਰ ਹੁੰਦੀ ਆ, ਤਾਂ ਦੁਨੀਆ ਦੀ ਅੱਗ ਤੁਹਾਡਾ ਬਾਲ ਵੀ ਵਿੰਗਾ ਨਹੀਂ ਕਰ ਸਕਦੀ। ਸ਼ੈਤਾਨੀ ਅੱਗ ਤੁਹਾਨੂੰ ਸਾੜ ਵੀ ਨਹੀਂ ਸਕਦੀ ਹੈ। ਹਾਲੇਲੂਇਆ। ਕਿਉਂਕਿ ਨਰਕ ਦੀ ਅਲੱਗ ਅੱਗ ਆ, ਜਿਹੜੀ ਪਾਪ ਨੂੰ ਭਸਮ ਕਰਨ ਵਾਲੀ, ਉਹ ਅਲੱਗ ਅੱਗ ਆ। ਆਮੇਨ। ਡਿਫਰੈਂਸ ਫਾਇਰ, ਇਹ 2 ਪ੍ਰਕਾਰ ਦੇ ਜਿਹੜੇ ਫਾਇਰ ਆ, ਡਿਫਰੈਂਸ ਆ। ਜਿਹੜਾ ਨਰਕ ਦੇ ਵਿੱਚ ਫਾਇਰ ਆ ਉਹ ਅਲੱਗ ਆ, ਜਿਹੜਾ ਪਰਮੇਸ਼ਵਰ ਦੇ ਵੱਲੋਂ ਫਾਇਰ ਕੀਤਾ ਜਾਂਦਾ ਉਹ ਅਲੱਗ ਆ। ਕਿਉਂਕਿ ਪਰਮੇਸ਼ਵਰ ਆਪਣੇ ਵੱਲੋਂ ਫਾਇਰ ਉਦੋਂ ਹੀ ਕਰਦਾ ਆ ਪਾਪ ਨੂੰ ਭਸਮ ਕਰਨ ਦੇ ਲਈ, ਗੁਨਾਹ ਨੂੰ ਭਸਮ ਕਰਨ ਦੇ ਲਈ। ਹਾਲੇਲੂਇਆ। ਪਰਮੇਸ਼ਵਰ ਦੀ ਅੱਗ ਸਦੋਮ ਅਤੇ ਉਮਰਾ ਦੇ ਉੱਤੇ ਕਿਉਂ ਆਈ? ਕਿਉਂਕਿ ਸਦੋਮ ਅਤੇ ਉਮਰਾ ਨੇ ਪਾਪ ਕੀਤਾ ਸੀ। ਸਦੋਮ ਅਤੇ ਉਮਰਾ ਦੇ ਵਿੱਚ ਲੋਕ ਗੁਨਹਗਾਰ ਬਣ ਚੁੱਕੇ ਸੀ, ਵੇਸ਼ੀਆ ਲੋਕ ਬਣ ਚੁੱਕੇ ਸੀਗੇ, ਵਿਭਾਚਾਰੀ ਬਣ ਸਕੇ ਸੀਗੇ ਲੋਕ। ਪਰਮੇਸ਼ਵਰ ਨੂੰ ਉਹਨਾਂ ਨੇ ਕਹਿ ਸਕਦੇ ਆ ਬਿਲਕੁਲ ਖਿਲਾਰ ਦਿੱਤਾ ਸੀਗਾ। ਮੂਰਤੀ ਪੂਜਕ ਦੇ ਵਿੱਚ ਹਰ ਜਗ੍ਹਾ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਸੀਗਾ। ਪਰਮੇਸ਼ਵਰ ਦੀ ਹਜ਼ੂਰੀ ਪਾਪ ਦੀਆਂ ਬਦਰੂਹਾਂ ਕੰਮ ਕਰ ਰਹੀਆਂ ਸੀ, ਇਸ ਕਰਕੇ ਮਜਬੂਰਨ ਪਰਮੇਸ਼ਵਰ ਨੂੰ ਸਦੋਮ ਅਤੇ ਉਮਰਾ ਨੂੰ ਅੱਗ ਬਰਸਾਣੀ ਪਈ। ਬਾਈਬਲ ਦੇ ਵਿੱਚ ਲਿਖਿਆ, ਉਹ ਅੱਗ ਜਿਹੜੀ ਸੀ ਪਾਪ ਨੂੰ ਭਸਮ ਕਰਦੀ ਸੀ। ਆਮੇਨ। ਹਾਲੇਲੂਇਆ। ਜਿਹੜੀ ਨਰਕ ਦੀ ਅੱਗ ਆ, ਉਹ ਸਾਡੇ ਪਾਪ ਨੂੰ ਭਸਮ ਨਹੀਂ ਕਰੇਗੀ, ਸਾਡੀ ਗੁਨਾਹਾਂ ਨੂੰ ਭਸਮ ਨਹੀਂ ਕਰੇਗੀ,
ਸਾਡੀ ਜ਼ਿੰਦਗੀ ਨੂੰ ਸਾਫ਼ ਨਹੀਂ ਕਰੇਗੀ। ਨਰਕ ਦੀ ਅੱਗ ਸਾਡੀ ਜ਼ਿੰਦਗੀ ਨੂੰ ਸਾੜੇਗੀ, ਸਾਡੇ ਜੀਵਨ ਨੂੰ ਕਸ਼ਟ ਦੇਗੀ, ਸਾਡੀ ਰੂਹ ਨੂੰ ਸਾੜੇਗੀ, ਸਾੜ ਲਾਏਗੀ। ਉਹ ਬਾਈਬਲ ਦੇ ਵਿੱਚ ਲਿਖਿਆ ਸਾਡੀ ਰੂਹ ਨੂੰ। ਉਹਦੇ ਵਿੱਚ ਮਾਫੀ ਨਹੀਂ ਹੈਗੀ, ਉਹਦੇ ਵਿੱਚ ਛੁਟਕਾਰਾ ਨਹੀਂ ਹੈਗਾ, ਪਰ ਖੁਦਾ ਦੀ ਅੱਗ ਦੇ ਵਿੱਚ ਛੁਟਕਾਰਾ ਤੇ ਮਾਫੀ ਤੇ ਆਜ਼ਾਦੀ ਅਤੇ ਬੰਧਨ ਟੁੱਟਦੇ ਆ। ਆਮੇਨ। ਹਾਲੇਲੂਇਆ। ਹਾਲੇਲੂਇਆ। ਮੇਰੇ ਕਹਿਣ ਦਾ ਮਤਲਬ ਇਹੀ ਆ, ਬਾਈਬਲ ਦੇ ਵਿੱਚ ਲਿਖਿਆ, ਯੋਹੰਨਾ ਨੇ ਕਿਹਾ, ਜੋ ਮੇਰੇ ਤੋਂ ਬਾਅਦ ਆਉਣ ਵਾਲਾ ਆ, ਜਿਹਦੀ ਮੈਂ ਜੁੱਤੀ ਦਾ ਤਸਮਾ ਖੋਲਣ ਦੇ ਵੀ ਯੋਗ ਨਹੀਂ, ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਤੇ ਅੱਗ ਦੇ ਨਾਲ ਬਪਤਿਸਮਾ ਦੇਗਾ। ਹਾਲੇਲੂਇਆ। ਹਾਲੇਲੂਇਆ। ਪਵਿੱਤਰ ਆਤਮਾ ਤੇ ਅੱਗ ਨਾਲ ਉਹ ਬਪਤਿਸਮਾ ਦੇਗਾ ਤੁਹਾਨੂੰ। ਉਹ ਕਿਹੜੀ ਅੱਗ ਆ? ਬਪਤਿਸਮਾ ਲੈਣ ਤੋਂ ਪਹਿਲਾਂ ਕਿਹੜੀ ਅੱਗ ਉਤਰੇਗੀ? ਉਹ ਅੱਗ ਉਹੀ ਆ ਜਿਹੜੀ ਪਾਪ ਨੂੰ ਸਾਡੀ ਜ਼ਿੰਦਗੀ ਚੋਂ ਡਿਸਮਿਸ ਕਰਦੀ ਹੈ। ਕਿਉਂਕਿ ਅੱਜ ਬਹੁਤ ਸਾਰੇ ਘਰ ਮੈਂ ਜਲਦੇ ਹੋਏ ਦੇਖ ਰਿਹਾ, ਬਹੁਤ ਸਾਰੇ ਜੀਵਨਾਂ ਦੇ ਵਿੱਚ ਸ਼ੈਤਾਨ ਨੇ ਇਹੋ ਜਿਹੀ ਅੱਗ ਲਾ ਰੱਖੀ ਆ, ਇਹੋ ਜਿਹੇ ਕਲੇਸ਼ਾਂ ਦੀ, ਇਹੋ ਜਿਹੇ ਵਿਪਤਾ ਦੀ, ਇਹੋ ਜਿਹੀਆਂ ਬਿਮਾਰੀਆਂ ਦੀ, ਇਹੋ ਜਿਹੀਆਂ ਟੈਨਸ਼ਨਾਂ ਦੀ, ਇਹੋ ਜਿਹੇ ਕੇਸਾਂ ਦੀ, ਇਹੋ ਜਿਹੇ ਨਸ਼ਿਆਂ ਦੀ, ਇਹੋ ਜਿਹੇ ਮਤਲਬ ਬੇਕੰਟਰੋਲ ਧੀਆਂ ਪੁੱਤਰਾਂ ਦੀ, ਆਣਾ ਕਿਆ ਕਰੀ ਧੀਆਂ ਪੁੱਤਰਾਂ ਦੀ ਸ਼ੈਤਾਨ ਨੇ ਅੱਗ ਲਾ ਰੱਖੀ ਆ। ਤੇ ਮੈਂ ਚਾਹਨਾ ਆ ਕਿ ਅੱਜ ਵਚਨ ਦੇ ਦੁਆਰਾ ਤੁਸੀਂ ਪਰਮੇਸ਼ਵਰ ਦੀ ਅੱਗ ਦੇ ਦੁਆਰਾ ਆਜ਼ਾਦ ਹੋਵੋ। ਸ਼ੈਤਾਨ ਦੀ ਅੱਗ ਤੁਹਾਨੂੰ ਛੱਡ ਕੇ ਜਾਏਗੀ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਉਸ ਅਗਨੀ ਦੇ ਦੁਆਰਾ ਰੂਹ ਕੁੱਬਤ ਨੂੰ ਪਵਿੱਤਰ ਕਰੋ, ਸਾਫ਼ ਕਰੋ, ਜਿਹੜੀ ਸਾਡੀ ਰੂਹ ਨੂੰ, ਜਿਹੜੀ ਸਾਡੀ ਜਾਨ ਨੂੰ ਕੀ ਕਰਦੀ ਆ, ਤਰੋ ਤਾਜ਼ਾ ਕਰਦੀ ਆ ਤੇ ਫਰੈਸ਼ ਕਰਦੀ ਆ। ਹਾਲੇਲੂਇਆ। ਹਾਲੇਲੂਇਆ। ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਪ੍ਰੇਅਰ ਦੇ ਵਿੱਚ ਲੈ ਕੇ ਜਾਵਾਂ, ਯਾਦ ਰੱਖੋ ਇੱਕ ਅੱਗ ਉਹ ਵੀ ਸੀਗੀ ਜਿਹੜੀ ਰਾਜਾ ਨਬੂਕਦਨੇਸਰ ਨੇ ਬਣਾਈ ਹੋਈ ਸੀ, ਭੱਠੀਆਂ ਦੀ ਅੱਗ। ਬਾਈਬਲ ਦੇ ਵਿੱਚ ਲਿਖਿਆ ਉਹ ਜਿਹੜੀ ਅੱਗ ਸੀਗੀ ਉਹ ਸ਼ਦਰਕ, ਮੇਸ਼ਕ, ਅਬੇਦਨਗੋ ਨੂੰ ਜਾਲ ਨਹੀਂ ਪਾਈ। ਇਹਦਾ ਵੀ ਇੱਕ ਅਰਥ ਸੀਗਾ, ਇਹਦੀ ਵੀ ਵਜ੍ਹਾ ਸੀ ਕਿਉਂ ਨਹੀਂ ਜਾਲ ਪਾਈ। ਐਦਾਂ ਨਹੀਂ ਕਿ ਕੋਈ ਵੀ ਇਨਸਾਨ ਉਹਦੇ ਵਿੱਚ ਡਿੱਗਦਾ, ਇੱਥੋਂ ਤੱਕ ਕਿ ਜਿਹੜੇ ਸੈਨਿਕ ਸਿੱਟਣ ਗਏ ਸੀਗੇ ਸ਼ਦਰਕ, ਮੇਸ਼ਕ ਤੇ ਅਬੇਦਨਗੋ ਨੂੰ, ਲਿਖਿਆ ਕਿ ਉਹਨਾਂ ਦੇ ਚਿਹਰੇ ਝੁਲਸ ਗਏ, ਉਹਨਾਂ ਨੂੰ ਸੇਕ ਲੱਗਾ ਤੇ ਉਹਨਾਂ ਦੇ ਚਿਹਰੇ ਝੁਲਸ ਗਏ। ਪਰ ਬਾਈਬਲ ਦੇ ਵਿੱਚ ਲਿਖਿਆ ਜਿਹੜੇ ਸੁੱਟੇ ਗਏ ਸੀਗੇ ਉਹ ਨਹੀਂ ਜਲੇ। ਇਹਦਾ ਕਾਰਨ ਸੀਗਾ ਕਿਉਂ ਨਹੀਂ ਜਲੇ। ਸ਼ਦਰਕ, ਮੇਸ਼ਕ, ਅਬੇਦਨਗੋ ਨੂੰ ਅੱਗ ਕਿਉਂ ਨਹੀਂ ਸਾੜ ਪਾਈ? ਇਹਦਾ ਕਾਰਨ ਸੀਗਾ ਕਿਉਂਕਿ ਸ਼ਦਰਕ, ਮੇਸ਼ਕ, ਅਬੇਦਨਗੋ ਪਹਿਲੇ ਪਵਿੱਤਰ ਆਤਮਾ ਦੀ ਅੱਗ ਨਾਲ ਭਰੇ ਹੋਏ ਸੀਗੇ। ਹਾਲੇਲੂਇਆ। ਹਾਲੇਲੂਇਆ। ਜੇ ਅਸੀਂ ਪਹਿਲੇ ਪਰਮੇਸ਼ਰ ਦੇ ਫਾਇਰ ਨਾਲ ਭਰੇ ਹੋਏ ਆ ਤਾਂ ਸ਼ੈਤਾਨੀ ਫਾਇਰ ਜਾਂ ਸੰਸਾਰਿਕ ਫਾਇਰ ਤੁਹਾਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾ ਸਕਦੀ ਯਿਸੂ ਦੇ ਨਾਮ ਵਿੱਚ। ਹਾਲੇਲੂਇਆ। ਪਾਪ ਦੀ ਫਾਇਰ ਤੁਹਾਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾ ਸਕਦੀ। ਇਸ ਕਰਕੇ ਜ਼ਰੂਰੀ ਹੈ ਮੇਰੀ ਬੇਟੀ, ਮੇਰੇ ਬੇਟੇ, ਅੱਜ ਪਵਿੱਤਰ ਆਤਮਾ ਦੀ ਉਸ ਉਪਸਥਿਤੀ ਦੇ ਵਿੱਚ ਅੱਜ ਸਵੀਕਾਰ ਕਰ ਕਿ ਸ਼ੈਤਾਨ ਚਾਹੇ ਜਿਸ ਵੀ ਰੂਪ ਦੇ ਨਾਲ, ਜਿਸ ਵੀ ਭਰਮਾਉਣ ਵਾਲੇ ਹਥਿਆਰ ਲੈ ਕੇ ਮੇਰੇ ਕੋਲ ਆ ਜਾਵੇ, ਮੈਂ ਭਰਮਾਈ ਨਹੀਂ ਜਾਂਦੀ, ਮੈਂ ਪਿੱਛੇ ਨਹੀਂ ਹਟਦਾ। ਮੈਂ ਖੁਦਾ ਦੇ ਲਈ ਤਿਆਰ ਹਾਂ ਤੇ ਖੁਦਾ ਮੇਰੇ ਲਈ ਤਿਆਰ ਆ, ਤੇ ਮੈਂ ਕਦੇ ਵੀ ਪਰਮੇਸ਼ਵਰ ਦੇ ਲਈ ਬੇਵਫਾਈ ਨਹੀਂ ਦਿਖਾਵਾਂਗਾ ਜਾਂ ਦਿਖਾਵਾਂਗੀ। ਮੈਂ ਪਰਮੇਸ਼ਵਰ ਦੇ ਪ੍ਰਤੀ ਪਵਿੱਤਰ ਹਾਂ ਤੇ ਪਵਿੱਤਰ ਰਹਾਂਗੀ, ਤੇ ਪਰਮੇਸ਼ਵਰ ਦੇ ਵਚਨ ਮੇਰੇ ਅੰਦਰ ਆ ਤੇ ਮੈਂ ਪਰਮੇਸ਼ਵਰ ਦੇ ਵਚਨਾਂ ਦੇ ਅੰਦਰ ਰਵਾਂਗਾ ਤੇ ਰਵਾਂਗੀ। ਪਰਮੇਸ਼ਵਰ ਚਾਹੁੰਦਾ ਤੂੰ ਮੇਰੇ ਨਾਲ ਵਾਅਦਾ ਕਰ ਤੇ ਤੇਰੇ ਵਾਅਦੇ ਮੈਂ ਹਾਂ ਤੇ ਆਮੀਨ ਦੇ ਵਿੱਚ ਪੂਰੇ ਕਰਾਂਗਾ। ਯਿਸੂ ਨੇ ਇਹ ਵਾਅਦਾ ਕੀਤਾ ਆ, ਜੇ ਤੂੰ ਮੇਰੇ ਨਾਲ ਖੜਾ ਹੁੰਨਾ ਆ ਜਾਂ ਖੜੀ ਹੁੰਨੀ ਆ ਮੇਰੇ ਵਚਨ ਦੇ ਅਕੋਰਡਿੰਗ, ਸ਼ਦਰਕ, ਮੇਸ਼ਕ ਦੀ, ਅਬੇਦਨਗੋ ਦੀ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਸਮਰਥੀ ਵਚਨ ਦੇ ਦੁਆਰਾ ਤੁਸੀਂ ਖੜੇ ਹੁੰਨੇ ਹੋ, ਤਾਂ ਪਰਮੇਸ਼ਵਰ ਤੁਹਾਡੇ ਨਾਲ ਖੜਦਾ ਆ। ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਉਹਨਾਂ ਦੇ ਨਾਲ ਸੀਗਾ, ਯਿਸੂ ਮਸੀਹ ਦੀ ਅੱਗ ਉਹਨਾਂ ਦੇ ਨਾਲ ਸੀ ਤਾਂ ਅੱਗ ਵੀ ਉਹਨਾਂ ਨੂੰ ਸਾੜ ਨਹੀਂ ਪਾਈ। ਹਾਲੇਲੂਇਆ। ਭਜਨ ਗਾਣੇ ਆ ਨਾ, ਯੈਸ, ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਵਰ ਦੀ ਵਰਸ਼ਿਪ ਕਰਦੇ ਆਂ, ਆਰਾਧਨਾ ਕਰਦੇ ਆਂ, ਹਾਲੇਲੂਇਆ। ਪਾਣੀ ਉੱਥੇ ਛੱਲੇਗਾ ਤੇ ਪਾਣੀ ਨਾ ਡੁਬੋਣਗੇ, ਅੱਗ ਵਿੱਚ ਵੀ ਨਾ ਤੇਰੇ ਬਾਲ ਵਿੰਗੇ ਹੋਣਗੇ। ਯਸ ਗਾਈਏ। ਪਾਣੀ ਉੱਤੇ ਚੱਲੇਗਾ ਤੇ ਪਾਣੀ ਨਾ ਡੁਬੋਣਗੇ, ਅੱਗ ਵਿੱਚ ਵੀ ਨਾ ਤੇਰੇ ਵਾਲ ਵਿੰਗੇ ਹੋਣਗੇ। ਉਹ ਆਪਣੇ ਹੱਥਾਂ ਉੱਤੇ ਆਪ ਚੁੱਕ ਲੈਂਦਾ ਏ, ਆਪਣੇ ਹੱਥਾਂ ਉੱਤੇ ਆਪ ਚੁੱਕ ਲੈਂਦਾ ਏ। ਨਾ ਘਬਰਾ ਨਾ ਕਰੇ, ਉਹ ਗੱਲ ਕਹਿੰਦਾ ਏ, ਨਾ ਘਬਰਾ ਨਾ ਡਰੇ,
ਰਹਿੰਦਾ ਆ, ਪਰਮੇਸ਼ਵਰ ਦੀ ਹਜ਼ੂਰੀ ਸਾਡੇ ਨਾਲ ਰਹਿੰਦੀ ਆ। ਨਾ ਕੇਵਲ ਸਾਨੂੰ ਫਿਜ਼ੀਕਲੀ ਬਰਕਤਾਂ ਦਿੰਦਾ ਆ, ਸਪਿਰਚੁਅਲੀ ਬਰਕਤਾਂ, ਔਰ ਸਪਿਰਚੁਅਲੀ ਬਰਕਤਾਂ ਪਰਮੇਸ਼ਵਰ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਂਦਾ ਆ। ਜਿਹੜੇ ਸਪਿਰਚੁਅਲ ਤੌਰ ਤੇ ਕਮਜ਼ੋਰ ਆ, ਪਰਮੇਸ਼ਵਰ ਉਹਨਾਂ ਨੂੰ ਆਪਣੀ ਆਰਾਧਨਾ ਦੇ ਨਾਲ, ਵਰਸ਼ਿਪ ਦੇ ਨਾਲ, ਆਪਣੇ ਕਹਿ ਸਕਦੇ ਹਾਂ ਗੀਤਾ ਭਜਨਾਂ ਦੇ ਦੁਆਰਾ ਪਰਮੇਸ਼ਵਰ ਉਹਨਾਂ ਨੂੰ ਚਲਾਉਂਦਾ ਆ। ਹਾਲੇਲੂਇਆ। ਮੈਂ ਇੱਕ ਵਚਨ ਹੋਰ ਪੜ੍ਹੀਏ, ਉਸ ਤੋਂ ਬਾਅਦ ਮੈਂ ਤੁਹਾਡੇ ਪ੍ਰੇਅਰ ਕਰਨਾ ਚਾਹੁੰਦਾ। ਪਹਿਲਾ ਕੁਰਿੰਥੀਆਂ, ਜਦੋਂ ਅਸੀਂ ਪਹਿਲਾ ਕੁਰਿੰਥੀਆਂ ਦਾ 10 ਅਧਿਆਇ ਪੜ੍ਹਦੇ ਹਾਂ ਔਰ ਉਹਦੀ ਅਸੀਂ 13 ਆਇਤ ਨੂੰ, ਫਸਟ ਕੁਰਿੰਥੀਆਂ 10 ਚੈਪਟਰ 10 ਔਰ ਵਰਡਸ ਅਸੀਂ ਦੇਖਦੇ ਹਾਂ 13 ਬਾਈਬਲ ਦੇ ਵਿੱਚੋਂ। ਪਹਿਲਾ ਕੁਰਿੰਥੀਆਂ ਅਸੀਂ 10 ਦੀ 13 ਆਇਤ ਬਾਈਬਲ ਦੇ ਵਿੱਚੋਂ ਦੇਖਦੇ ਹਾਂ, ਬੜੀ ਖਾਸ ਆਇਤ ਹੈ। ਉਸ ਤੋਂ ਬਾਅਦ ਅਸੀਂ ਮੈਂ ਤੁਹਾਡੇ ਵਾਸਤੇ ਪ੍ਰੇਅਰ ਕਰਾਂਗਾ, ਤੁਸੀਂ ਆਪਣੀਆਂ ਜਗ੍ਹਾਵਾਂ ਤੇ ਰੈਡੀ ਰਹਿਣਾ ਆ। ਯੈਸ, ਪੜ੍ਹੀ ਉੱਚੀ ਆਵਾਜ਼ ਨਾਲ। ਯੈਸ। ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ। ਯਾਦ ਰੱਖੋ ਕਿ ਪਰਮੇਸ਼ਵਰ ਨੇ ਅੱਜ ਸੰਡੇ ਤੁਹਾਨੂੰ ਇਹ ਗੱਲ ਕੀਤੀ ਆ ਕਿ ਪਰਮੇਸ਼ਵਰ ਇਹ ਵਾਅਦਾ ਕਰਦਾ ਆ, ਕੋਈ ਇਹੋ ਜਿਹਾ ਪਰਤਾਵਾ ਤੁਹਾਡੇ ਉੱਤੇ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ। ਉਹ ਐਦਾਂ ਦਾ ਕਦੇ ਵੀ ਪਰਤਾਵਾ ਨਾ ਆਣ ਦਵੇਗਾ ਤੇ ਨਾ ਆਉਣ ਵਾਲੇ ਸਮੇਂ 'ਚ ਪਏਗਾ। ਮੈਂ ਅੱਜ ਭਵਿਸ਼ਵਾਣੀ ਕਰਦਾ, ਜਿਹੜੇ ਪਰਮੇਸ਼ਵਰ ਦੇ ਨਾਲ ਵਫਾਦਾਰ ਆ, ਉਹਨਾਂ ਦੇ ਉੱਤੇ ਇਹੋ ਜਿਹਾ ਕਦੇ ਵੀ ਕੋਈ ਪਰਤਾਵਾ ਨਹੀਂ ਪਵੇਗਾ ਜਿਹੜਾ ਸਹਿਣ ਤੋਂ ਪਰੇ ਹੋਵੇਗਾ। ਹਾਲੇਲੂਇਆ, ਹਾਲੇਲੂਇਆ। ਪੜ੍ਹੀਏ ਜਰਾ। ਹਾਲੇਲੂਇਆ। ਪਰੰਤੂ ਪਰਮੇਸ਼ਰ ਵਫਾਦਾਰ ਹੈ, ਪਰੰਤੂ ਪਰਮੇਸ਼ਵਰ ਵਫਾਦਾਰ ਹੈ, ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ। ਦੇਖੋ, ਤੁਹਾਡੀ ਜਿੰਨੀ ਸ਼ਕਤੀ ਆ, ਜਿੰਨੀ ਤੁਹਾਡੇ ਅੰਦਰ ਪਾਵਰ ਆ, ਜਿੰਨਾ ਤੁਸੀਂ ਵਫਾਦਾਰੀ ਪਰਮੇਸ਼ਵਰ ਦੇ ਪ੍ਰਤੀ ਰੱਖੀ ਆ, ਜਿੰਨੀ ਇਮਾਨਦਾਰੀ ਆ, ਜਿੰਨਾ ਤੁਹਾਡੇ ਅੰਦਰ ਪਰਮੇਸ਼ਵਰ ਨੇ ਬਲ ਦਿੱਤਾ ਹੋਇਆ ਆ, ਕਿਉਂਕਿ ਹਰ ਇਨਸਾਨ ਨੂੰ ਪਤਾ ਮੇਰੇ ਅੰਦਰ ਬਲ ਕਿੰਨਾ ਆ, ਮੇਰੇ ਅੰਦਰ ਤਾਕਤ ਕਿੰਨੀ ਆ। ਯਾਦ ਰੱਖੋ, ਜੇ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਹੋ, ਤੁਹਾਡਾ ਜਿਹੜਾ ਤਾਕਤ ਆ, ਉਹਦਾ ਬਲ ਆ ਕਿ ਤੁਸੀਂ ਸਿਰਫ ਇੱਕ ਬੰਦੇ ਨਾਲ ਲੜ ਸਕਦੇ ਹੋ, ਇੱਕ ਬੰਦੇ ਦਾ ਹੀ ਮੁਕਾਬਲਾ ਕਰ ਸਕਦੇ ਹੋ, ਤੇ ਪਰਮੇਸ਼ਵਰ ਕਦੇ ਵੀ ਤੁਹਾਡੇ ਮੂਹਰੇ 10 ਬੰਦਿਆਂ ਨੂੰ ਖੜੇ ਨਹੀਂ ਕਰੇਗਾ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ ਨੇ ਵਾਅਦਾ ਕੀਤਾ। ਮੇਰੇ ਕਹਿਣ ਦਾ ਮਤਲਬ ਕਿ ਤੁਹਾਨੂੰ ਮਤਲਬ ਕਿ ਕੋਈ ਏਦਾਂ ਦੀ ਪ੍ਰੀਖਿਆ ਜਾਂ ਏਦਾਂ ਦੀ ਮੁਸੀਬਤ ਜਾਂ ਏਦਾਂ ਦੀ ਬੈਡ ਨਿਊਜ਼ ਜਿਹੜੀ ਤੁਸੀਂ ਸਹਿ ਨਹੀਂ ਸਕਦੇ, ਤੁਹਾਡੇ ਤੱਕ ਉਹ ਨਹੀਂ ਆਏਗੀ। ਪਰਮੇਸ਼ਵਰ ਤੁਹਾਡਾ ਇੰਨਾ ਨੁਕਸਾਨ ਨਹੀਂ ਹੋਣ ਦੇਵੇਗਾ ਕਿ ਤੁਸੀਂ ਬਿਲਕੁਲ ਹੀ ਨਿਰਬਲ ਹੋ ਜਾਓਗੇ, ਬਿਲਕੁਲ ਖਾਲੀ ਹੋ ਜਾਓਗੇ। ਮੈਂ ਅੱਜ ਬੋਲਦਾ ਯਿਸੂ ਮਸੀਹ ਦੇ ਨਾਮ ਵਿੱਚ, ਪਰਮੇਸ਼ਵਰ ਕਦੇ ਵੀ ਤੁਹਾਨੂੰ ਇੰਨਾ ਪ੍ਰੀਖਿਆ ਦੇ ਵਿੱਚ ਨਹੀਂ ਧਕੇਲੇਗਾ, ਨਹੀਂ ਜਾਣ ਦੇਵੇਗਾ ਕਿ ਤੁਸੀਂ ਉਹਨੂੰ ਸਹਿ ਨਾ ਸਕੋ। ਪਰ ਜੇ ਤੁਸੀਂ ਪਰਮੇਸ਼ਵਰ ਦੇ ਵਿੱਚ ਹੋ, ਵਰਡ ਆਫ ਗॉड ਦੇ ਵਿੱਚ ਹੋ, ਵਚਨ ਦੀ ਆਗਿਆਕਾਰੀ ਕਰ ਰਹੇ ਹੋ, ਦਾਸੀਆਂ ਦੀ ਅੰਡਰ ਆਗਿਆਕਾਰੀ ਕਰਕੇ ਚੱਲਦੇ ਹੋ, ਤਾਂ ਤੁਸੀਂ ਕਦੇ ਵੀ ਇਹੋ ਜਿਹੇ ਪ੍ਰੀਖਿਆ 'ਚ ਨਹੀਂ ਫਸੋਗੇ ਜਿਹੜੀ ਸਹਿਣ ਤੋਂ ਪਰੇ ਹੋਏਗੀ। ਨਾ ਪਰਮੇਸ਼ਵਰ ਨੇ ਇੰਨੀ ਪ੍ਰੀਖਿਆ ਕਿਸੇ ਤੱਕ ਆਣ ਦਿੱਤੀ ਆ। ਸ਼ਦਰਕ, ਮੇਸ਼ਕ, ਅਬੇਦਨਗੋ ਤੇ ਪ੍ਰੀਖਿਆ ਆਈ, ਪਰ ਇਹ ਇਸ ਕਰਕੇ ਆਈ ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਪਹਿਲੇ ਆਪਣੇ ਬਲ ਨਾਲ ਭਰਿਆ ਹੋਇਆ ਸੀ, ਆਪਣੀ ਅੱਗ ਨਾਲ ਭਰਿਆ ਹੋਇਆ ਸੀਗਾ। ਹਾਲੇਲੂਇਆ। ਪਰਮੇਸ਼ਵਰ 19 ਕੇ ਪ੍ਰੀਖਿਆ ਤੁਹਾਡੇ ਤੱਕ ਇਜਾਜ਼ਤ ਦੇਵੇਗਾ ਸ਼ੈਤਾਨ ਨੂੰ ਕਰਨ ਦੀ, ਜਿੰਨਾ ਤੁਸੀਂ ਸਹਿ ਸਕੋ। ਅਯੂਬ ਦੇ ਉੱਤੇ ਪ੍ਰੀਖਿਆ ਆਈ, ਪਰਮੇਸ਼ਵਰ ਨੇ ਪਹਿਲੇ ਉਹਨੂੰ ਉਨਾ ਕੁ ਬਲ ਦਿੱਤਾ ਹੋਇਆ ਸੀਗਾ ਸਹਿਣ ਦਾ, ਤਾਕਤ ਦਿੱਤੀ ਹੋਈ ਸੀ ਸਹਿਣ ਦੀ। ਇਸ ਕਰਕੇ ਪਰਮੇਸ਼ਵਰ ਉਨਾ ਕੇ ਸਾਨੂੰ ਪ੍ਰੀਖਿਆ ਦੇ ਵਿੱਚ ਲਾਂਦਾ ਜਿੰਨਾ ਕੁ ਪਰਮੇਸ਼ਵਰ ਨੇ ਸਾਨੂੰ ਸਹਿਣ ਲਈ ਹਿਰਦਾ ਦਿੱਤੇ ਹੁੰਦਾ, ਦਿਲ ਦਿੱਤਾ ਹੁੰਦਾ, ਮਨ ਦਿੱਤਾ ਹੁੰਦਾ। ਮੇਰੀ ਬੇਟੀ, ਚਿੰਤਾ ਕਰਨ ਦੀ ਲੋੜ ਨਹੀਂ। ਅੱਜ ਪਰਮੇਸ਼ਵਰ ਤੇਰੇ ਹਾਲਾਤਾਂ ਨੂੰ ਬਦਲ ਸਕਦਾ ਆ, ਤੈਨੂੰ ਜਿੱਤ ਦੇ ਸਕਦਾ ਆ। ਸ਼ੈਤਾਨ ਕੁਝ ਨਹੀਂ ਕਰ ਸਕਦਾ, ਕੁਝ ਨਹੀਂ ਵਿਗਾੜ ਸਕਦਾ। ਔਰ ਔਰਤ ਭਰਮਾਈ ਗਈ, ਬਾਈਬਲ ਦੇ ਵਿੱਚ ਲਿਖਿਆ, ਉਸ ਤੋਂ ਬਾਅਦ ਸ਼ੈਤਾਨ ਨੂੰ ਸਰਾਪ ਵੀ ਮਿਲਿਆ। ਹਾਲੇਲੂਇਆ। ਇਹ ਜ਼ਰੂਰੀ ਆ ਕਿ ਜੇ ਤੈਨੂੰ ਕੋਈ ਬਹਿਕਾਉਣ ਦੀ ਕੋਸ਼ਿਸ਼ ਕਰਦਾ ਤੇ ਖੁਦਾ ਉਹਨੂੰ ਸਰਾਪ ਵੀ ਦੇਏਗਾ, ਪਰ ਪਰਮੇਸ਼ਵਰ ਤੈਨੂੰ ਸਰਾਪਾਂ ਤੋਂ ਆਜ਼ਾਦ ਕਰਨ ਜਾ ਰਿਹਾ ਆ। ਆਮੇਨ। ਯਿਸੂ ਦੇ ਨਾਮ ਦੇ ਵਿੱਚ ਰੈਡੀ ਹੋ ਤਾਂ ਕਿ ਖੁਦਾ ਦੇ ਵਚਨ ਦੇ ਅਨੁਸਾਰ ਤੁਸੀਂ ਪ੍ਰੀਖਿਆਵਾਂ ਤੋਂ ਬਾਹਰ ਆ ਸਕੋ, ਸ਼ੈਤਾਨ ਦੇ ਬਹਿਕਾਵੇ ਤੋਂ ਬਾਹਰ ਆ ਸਕੋ, ਉਹਦੇ ਬਹਿਕਾਏ ਹੋਏ ਰੂਪ ਤੋਂ ਤੁਸੀਂ ਬਾਹਰ ਆ ਸਕੋ। ਕਦੇ ਵੀ ਤੁਹਾਨੂੰ ਕੋਈ ਵੀ ਦੱਸਦਾ ਕਿ ਤੁਸੀਂ ਉੱਥੇ ਮਸੀਹ ਨੂੰ ਲੱਭੋ, ਉੱਥੇ ਯਿਸੂ ਨੂੰ ਲੱਭੋ, ਤਾਂ ਨਾ ਜਾਣਾ। ਯਿਸੂ ਮਸੀਹ ਤੁਹਾਡੇ ਕੋਲ ਆ, ਉਹਨੂੰ ਬਾਹਰ ਲੱਭਣ ਦੀ ਲੋੜ ਨਹੀਂ, ਬਾਈਬਲ 'ਚ ਆ। ਹਾਲੇਲੂਇਆ। ਹਾਲੇਲੂਇਆ। ਤੇ ਤੁਸੀਂ ਸਿੱਖਿਆ ਲੈ ਰਹੇ ਹੋ, ਉੱਥੇ ਆ। ਹਾਲੇਲੂਇਆ। ਉਹਨੂੰ ਮਹਿਸੂਸ ਕਰੋ, ਅੱਜ ਹਜ਼ੂਰੀ ਨੂੰ ਮਹਿਸੂਸ ਕਰੋ।
ਇਸ ਕਰਕੇ ਭਰਮਾਉਣ ਵਾਲੀਆਂ ਰੂਹਾਂ ਨੂੰ ਡਿਸਮਿਸ ਕਰੋ ਯਿਸੂ ਨਾਮ ਵਿੱਚ, ਕਿਉਂਕਿ ਜਦੋਂ ਇੱਕ ਵਾਰ ਇਨਸਾਨ ਭਰਮਾਇਆ ਜਾਂਦਾ ਆ ਤਾਂ ਉਹਨੂੰ ਵਾਪਸ ਆਉਣ ਦੇ ਲਈ ਬਹੁਤ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ, ਬਹੁਤ ਰਸਤਿਆਂ ਦਾ ਸਾਹਮਣਾ ਕਰਨਾ ਪੈਂਦਾ, ਬਹੁਤ ਸਾਰੀਆਂ ਈਵਲ ਸਪਿਰਟਾਂ ਦਾ ਸਾਹਮਣਾ ਕਰਨਾ ਪੈਂਦਾ, ਕਲੇਸ਼ ਦਾ ਔਰ ਨਸ਼ਿਆਂ ਦਾ। ਮੈਂ ਸੋਚਦਾ ਬਹੁਤ ਉਹਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਅੱਜ ਜ਼ਰੂਰਤ ਆ ਕਿ ਤੁਸੀਂ ਖੁਦਾ ਦੀ ਹਜ਼ੂਰੀ ਵਿੱਚ ਵਧੋ, ਪਰਮੇਸ਼ਵਰ ਦੀ ਹਜ਼ੂਰੀ ਵਿੱਚ ਵਧੋ। ਆइए सारे दुआ ਵਿੱਚ ਚੱਲਾਂਗੇ। थैंक यू जीसस, धन्यवाद Holy Spirit, thank you Jesus। ओ रबा थानी शोदोलो बोती का रबा बाबा, आज हमसे बात कर और मैं प्रार्थना करता हूँ परमेश्वर, हालेलुया प्रभु, जितने प्रार्थना के लिए तैयार हो चुके हैं यीशु के नाम से प्रभु, एक एक बेटी को तेरे हाथों में सौंपता हूँ, एक एक बेटे को यीशु के नाम से प्रभु, यीशु के नाम से। आज जो लाइव है उनके लिए, जो लाइव नहीं है बाद में लाइव होने जा रहे हैं उनके लिए प्रभु, शिफा चर्च मिनिस्ट्री में जितने लोग जुड़े हुए हैं, जहां कहीं भी रहते हैं प्रभु, जहां कहीं भी रहते हैं, जिस भी कंडीशन में रहते हैं, मैं एक एक बच्चे के लिए, एक एक प्रभु जवान बेटे बेटे के लिए, और प्रभु एक एक बुजुर्ग के लिए यीशु के नाम से, फीमेल के लिए यीशु मसीह के नाम से मैं प्रार्थना करता हूँ। और प्रभु इन बच्चों को तेरी कृपा और तेरी दया से यीशु के लहू के द्वारा हम ब्लेस करते हैं। प्रभु अपना समर्थी हाथ बढ़ा परमेश्वर यीशु के नाम से। अगर कोई फिजिकल बीमार है, फिजिकल उनकी रिपोर्ट सही नहीं आ रही, फिजिकल उनके शरीर में से बीमारी पैदा हो रही है, यीशु के नाम से इस बीमारी को हम बाहर आने के लिए प्रार्थना करते हैं। यीशु के नाम से बाहर आ, फायर होली स्पिरिट, रबा थानी शोदो लोगो दी का रबा बाबा, तिला लो शोदो रो दी का लाबा तिला बाबो। तेरी हजूरी में हम बढ़ जाएं परमेश्वर, तेरे लोग पवित्र आत्मा से भर जाएं परमेश्वर, क्योंकि तू कभी भी अपने लोगों को भीख मांगते हुए नहीं देखना चाहता, और प्रभु तेरे धर्मी लोग टुकड़े नहीं मांगते। धन्यवाद परमेश्वर। आज हर एक बहकाने वाली इबल स्पिरिट को यीशु के नाम से मैं बाहर निकालता हूँ। अगर किसी को शैतानी कोई प्रॉब्लम है, दुष्ट आत्मा की प्रॉब्लम है, जहाँ उनको नींद नहीं आती परमेश्वर, सुपने बैठ आ रहे हैं, यीशु के नाम से आज वो हर एक बेटी हर एक बेटा आजाद हो यीशु के नाम से, आजाद हो यीशु के नाम से। मैं बोलता हूँ यीशु के नाम से आजाद हो। हालेलुया। अजीबल स्पिरिट चिल्लाकर बाहर आए, उल्टियों के द्वारा बाहर आए, यीशु के नाम से हर एक बंधन टूटे, हर एक शराब जाए यीशु के नाम से, हर एक फैमिली आजाद हो यीशु के नाम से, हर एक घर आजाद हो, हर एक टूटे रिश्ते जुड़े यीशु के नाम से, कोई नया रिश्ता टूटने ना पाए। यीशु के सामर्थ से उसे हम जोड़ते हैं, जिसे तू जोड़ता कोई इंसान तोड़ नहीं सकता। और हम प्रार्थना करते हैं परमेश्वर, जिनके प्रभु परमेश्वर जीवन में आज तक निराशा है, आज प्रभु तेरा वचन उनको आशा में लेकर आए, उनके प्रभु कष्टों के दिन बीत जाएं, निराशा के दिन बीत जाएं, स्वर्ग से आनंद के दिन आए परमेश्वर। स्वर्ग खोल दे यीशु के नाम से, आज स्वर्ग खोल दे यीशु के नाम से। आज प्रभु अपरंपार बरकत चाहते हैं प्रभु, जो विदेशों में हैं, तेरे बच्चे काम करते हैं, मेहनत करते हैं प्रभु, विदेशों में जितने मेरे भाई बहन यीशु के नाम से तुझ पर ईमान रखते हैं, हम प्रार्थना करते हैं उनके लिए, उनके बच्चों के लिए, यीशु के नाम से हील कर अपने बच्चों को, इन द नेम ऑफ जीसस क्राइस्ट। यीशु के नाम से वो हील हो, यीशु के नाम से हील हो। आई कमांड इन द नेम ऑफ जीसस। हर एक वीकनेस बाहर आए यीशु के नाम से, हर एक कमजोरी बाहर आए यीशु के नाम से, यीशु के नाम से। प्रभु आज अपने लोगों से बात कर परमेश्वर, जिनके काम नहीं बन रहे बने प्रभु, तुझ पर ईमान बढ़े प्रभु, गवाही टेस्टमनी यीशु के नाम से इनकी लाइफ में उतरे प्रभु, तुझे जान सके, तुझसे मोहब्बत प्यार कर सके प्रभु, तुझ में बढ़ सके परमेश्वर। तेरा जलाली प्रकाश इन पर आए, तेरा जलाली हाथ इन पर आए, यीशु की समर्थ इन पर ठहरे परमेश्वर। मैं बोलता हूँ आज हर एक कम सुनने वाला क्लियर सुने, कम बोलने वाला, जिनकी टंग में प्रॉब्लम है, जिनकी जुबान में प्रॉब्लम है, हर एक ततली जुबान क्लियर हो गई यीशु के नाम से। हम बोलते हैं
जो चल फिर नहीं सकते वो चल फिरे, यीशु के नाम से ब्लॉकेज खुले, एक बोन यीशु के नाम से चंगी हो जा, हड्डियों की समस्या जाए, गिल्टियां सौलियां बाहर आए, पवित्र आत्मा की आग आए। आज जो पाप कर रहे हैं, आज पवित्र आत्मा की आग हर एक पाप को भस्म करे, हर एक घर बचाया जाए। हर एक कंट्री के लिए मैं प्रार्थना करता हूँ, यीशु के नाम से हर महामारी टले। रबाथानी शोदो लोबोती का रबा बाबा, प्रभु हम प्रार्थना करते हैं जिनके घरों में बाढ़ आई है, जिस कंट्री में बाढ़ आई, जिस स्टेट में बाढ़ आई है, जो पानी के कारण बेघर हो गए हैं, प्रभु जिनकी मौत हो चुकी है, हम प्रार्थना करते हैं प्रभु उन पर भी अपनी दया दिखा। प्रभु वो मरने से पहले तुझको जाने, तुझको माने। इस सारे महामारी को, इस बाढ़ की महामारी को अपनी मर्जी से आप हटाएं परमेश्वर, और तेरी इच्छा पूरी हो परमेश्वर। हम प्रार्थना करते हैं प्रभु हर एक ड्राइवर के लिए, पायलट के लिए, समुद्री जहाज जो चलाते हैं उनके लिए, प्रभु जो गाड़ी चलाते उनके लिए, ट्रेन चलाते उनके लिए, प्रभु अपनी बुद्धि दे उनको, ताकि वो हजारों लोगों को नाश ना करे परमेश्वर। यीशु के नाम से प्रभु ये सारे ड्राइवर प्रभु तुझ में आए, यीशु के नाम से तुझ पर ट्रस्ट करें प्रभु, तुझ में बचाए जाए परमेश्वर। हर एक जो धोखाधड़ी झूठ बोलकर पाप करते हैं उनके मन को बदल परमेश्वर। ओ रबा था निशो दो लोगोती का रबा था निशो दो लोगोती। हाँ पवित्र आत्मा जी आज एक एक पर कंट्रोल कर। मैं प्रार्थना करता हूँ वर्शिप टीम को भी अपनी महिमा के लिए खड़ा कर, इनके गले को खोल परमेश्वर। प्रभु वो रागनी निकले जो तुझको पसंद हो, यीशु के नाम से प्रभु इस इंसान को दिखाने के लिए नहीं बल्कि हम तुझको प्रसन्न करने के लिए तेरी आराधना करें। आप हमारे परमेश्वर हैं, आप हमारी लाइफ में आए। अगर किसी को किसी में किसी के जीवन में प्रॉब्लम है, यीशु के नाम से वो प्रॉब्लम से बाहर आए। मैं प्रार्थना करता हूँ हर एक बीमारी के लिए, हर एक लाचारी के लिए, जो लोग बीमार हैं यीशु के नाम से वो चंगे हों, क्योंकि उसके कोड़े खाने से हम चंगे हुए हैं, उसके लहू बहाने से हमारे पाप माफ हुए हैं। यीशु तेरा समर्थी नाम आज उनकी लाइफ में महिमा पाए। ये धन्यवाद यीशु, धन्यवाद यीशु। जो लोग अपने दुश्मन बेटे प्रभु तेरी सेवकाई के लिए देते हैं उनके भंडार भरपूर कर परमेश्वर। हम प्रार्थना करते हैं पैसों की समस्या से उनको बाहर निकाल परमेश्वर। अगर किसी ने नया बिजनेस शुरू किया है, जब करने जा रहा है, उसको ब्लेसिंग देते हैं यीशु के नाम से। प्रभु हम ब्लेसिंग लोग पाते नहीं बल्कि हम ब्लेसिंग है यीशु के नाम से। हालेलुया, धन्यवाद यीशु, तेरा धन्यवाद पवित्र आत्मा, धन्यवाद पिता परमेश्वर, त्रिएक के खुदावंद खुदा। आज तेरी आग आए परमेश्वर, हर बहकाने वाली आत्मा इनको छोड़े। हालेलुया, लाचारी इनको छोड़े। धन्यवाद करते हैं परमेश्वर, आप हमारे संग हैं, आप हमारे साथ हैं परमेश्वर। अगर प्रभु कोई विदेश जाना चाहता है, जाओ, उधर से कोई आना चाहता है, उनकी कई समस्या हो सकती हैं प्रभु, अगर वो तुझ पर ईमान रखता है सारी समस्याएं उनकी जाए यीशु के नाम से। हम प्रार्थना करते हैं परमेश्वर तेरा जलाली हाथ, तेरा समर्थी वचन उनको आज टच करे यीशु के नाम से। ब्लेस हो यीशु के नाम से। हर एक इविल स्पिरिट आपको छोड़े, छोड़ यीशु के नाम से, छोड़। I command the name of Jesus. मैं डांटता हूँ यीशु के नाम से, इविल स्पिरिट जाए, जाए। परमेश्वर की आग आए तुझ पर, परमेश्वर का समर्थ आए तुझ पर। अभी ऐसी वक्त फ्री हो जा, फ्री हो जा, आजाद हो जा यीशु के नाम से। आजाद हो जा मेरी बेटी, मेरे बेटे आजाद हो जा। यीशु का मंदिर बन जा, यीशु का मंदिर बन जा। यीशु का आत्मा तुझ पर आए, यीशु का जलाली हाथ तुझ पर आए। हालेलुया। हर एक वो पत्थर जो तेरी ओर आ रहा है, मैं उसे केवल हटाता नहीं, यीशु के नाम से उसे मैं ब्रोकन करता हूँ, तोड़ता हूँ यीशु के नाम से। हर एक जो बैड न्यूज तेरी ओर आ रही है, मैं उसे हटाता नहीं, मैं उसे डिसमिस करता हूँ यीशु के नाम से। हालेलुया। धन्यवाद फॉर स्पिरिट, धन्यवाद फॉर स्पिरिट। रबा था निशो दो लोगो थी का रबा बाबा बाबा। जिनका एक्सीडेंट हुआ है उनके शरीर में अगर कोई सही सर्कल नहीं चल रहा, हड्डियों का नाड़ों का, यीशु का लहू तेरी हड्डियों नाड़ों को ब्लेस कर रहा है, छू रहा है। हालेलुया। पवित्र आत्मा तुझे छू रहा है। जो मेंटली प्रॉब्लम है, जिनको दिमाग कम है, जिनको
बुद्धि कम है, मैं चाहता हूँ यीशु के नाम से वो बुद्धिमान हो जाए। यीशु के नाम से हर एक इवल स्पिरिट उनको छोड़े जो श्रापित है, जिनको श्राप मिल चुका है, शैतान ने जिनको श्रापित बनाया हुआ है। मैं प्रेयर करता हूँ यीशु के नाम से, अगर वो बहन है, अगर वो भाई है, दोनों यीशु के नाम से आजाद हो, यीशु के नाम से। और रबा था नीशो दो लोगो थरट जाए, शुगर जाए यीशु के नाम से। जो शैतान की पाप की ओर से बीमारियां आज भस्म हो यीशु के नाम से। इसी वक्त रबा था नीशो दो लोगो थी का रबा बाबा, मैं देख रहा हूँ कोई कुलविंदर है, आज परमेश्वर उनको बुला रहा है अपनी हजूरी में। हे मेरी बेटी, हे मेरे बेटे, आज पवित्र आत्मा तुझको छू रहा है, आज पवित्र आत्मा तुझको ब्लेस कर रहा है। मैं देख रहा हूँ कोई रंजीत है, यीशु के नाम से उनकी हड्डियों की समस्या जा रही है। रबा सनी शोदो लोगो टीका रबा बाबा टीला शोदो रोबो टीका। हालेलुया, पवित्र आत्मा बदलने जा रहा है। तेरे घर के हालात बदल जाएंगे, तेरे जीवन से हर एक वो बुराई तुझको छोड़ेगी जो तुझको बार बार तंग कर रही है, बार बार परेशान कर रही है। मैं देख रहा हूँ आत्मा में, आज मेरे साथ आओ, खुदा की हजूरी में बढ़े, खुदा को धन्यवाद दें। हालेलुया, प्रभु आपने हमारी प्रार्थना को सुन लिया है, यीशु के नाम से मांगते हैं, आमीन। हालेलुया, हालेलुया। खुदा हमारी प्रार्थना को सुनने वाला परमेश्वर है, वो आगे भी हमें चलाता है और उसकी अगुवाई में हम चलने वाले लोग हैं। मुझे पता है कि आज परमेश्वर ने आपको बरकत दी है और आगे भी हम शिफा चक मिनिस्ट्री के सीनियर होने के अकॉर्डिंग मैं आपके लिए प्रार्थना करूंगा। हमारे सेवक, हमारी टीम आपके लिए प्रार्थना कर रही है। लगातार आप परमेश्वर में बड़े आशीष पाएं। और ये बात मैं आपको कहना चाहता हूं कि आप ब्लेसिंग में जाओगे नहीं, बल्कि ब्लेसिंग में हो। आमीन। जो ब्लेसिंग में होते हैं उनको ब्लेसिंग में और बढ़ने की जरूरत नहीं होती है, क्योंकि ब्लेसिंग तो आपके पास है, वो खुद ही बढ़ती जाएगी। बस शैतान की बुरी चाल को, उसके सोच को समझकर उसे डिसमिस करते जाओ, यीशु की ओर कदम बढ़ाते जाओ, यीशु आपकी ओर बढ़ाता जाएगा। आप कभी भी शर्मिंदे नहीं होंगे, आप कभी भी लज्जित नहीं होंगे। हालेलुया, गॉड ब्लेस यू। मेरी ओर से आपको जैम सिद्धि, प्रभु आपको बढ़ाए। आइए एक और वर्शिप का सॉन्ग गाकर हमारी टीम समाप्त करेगी यीशु के नाम से। धन्यवाद होली स्पिरिट। यस लॉर्ड, थैंक यू। कौन विरोधी हो सकता जिदे बलि यहोवा है, ओदी हर मुश्किल विच हर वेले ही बलि यहोवा है। ओदा कौन विरोधी हो सकता जिदे बलि यहोवा है, ओदी हर मुश्किल विच हर वेले ही बलि यहोवा है। जाना दी
प्रभु जी असीं तुहाडा धन्नवाद शुक्रिया तारीफ करते हैं पिता खुदावंद खुदा तुहाडे समर्थी अद्भुत कलाम दे लई तुहाडे वचन दे लई असीं तुहाडा धन्नवाद करते हैं पिता खुदावंद खुदा जिन्हां ने फेसबुक लाइव दे नाल ऑनलाइन होके पिता तुहाडे वचन नूं सुनिया प्रभु उन्हां दे जीवन दे विच उन्हां दे घराने परिवारां दे विच बिजनेस दे विच ये वचन खुदा 30 गुणा नहीं 60 गुणा नहीं बल्कि 100% फल लेके आए पिता खुदा जिन्हां ने ध्यान नाल सुनिया प्रभु सचमुच आशीष ते बरकत पाण पिता क्योंकि तुहाडे वचन च लिखिया धन ओ हन जो इस वचन नूं सुनदे पढ़दे अते इस दे अनुसार चलदे हन पिता खुदा सचमुच ये वचन नूं सुनने वाले नहीं पढ़ने वाले नहीं बल्कि इस दे अनुसार चलने वाले लोग बन जाण पिता खुदा अज असीं सब इस वचन दे अनुसार चलने वाले लोग बन जाइए पिता खुदा अद्भुत बाणी लई अज दे कलाम दे लई असीं तुहाडा धन्नवाद करदे हां आदि स्तुति आराधना लई वर्शिप लई भी असीं तुहाडा धन्नवाद करदे हां खुदा जिन्ने फेसबुक लाइव दे जरिए समय ऑनलाइन हन जिन्ने भैन भाई परिवार आदि इस मीटिंग दे नाल जुड़े हन पिता सब दे उत्ते तुहाडी दया तुहाडी कृपा तुहाडे फजल दी असीं मंग करदे हां पिता खुदा धन्नवाद करदे हां हर एक नूं अपने हत्थां विच लैके अपनी महिमा लई इस्तेमाल करो पिता धन्नवाद करदे हां बकाए समय नूं असीं तुहाडे हत्थां विच सौंपदे हां यीशु मसीह दे जिंदा ते सामर्थी नाम विच होके मंगदे हां आमीन बोलिए आमीन आमीन बोलिए आमीन आमीन बोलिए हालेलुया हालेलुया सब बोलिए हालेलुया हालेलुया सो जिन्ने भी तुसी फेसबुक लाइव दे जरिए साडी आवाज ਨੂੰ ਸੁਣ ਰਹੇ ਹੋ ਸਾਨੂੰ ਵੇਖ ਰਹੇ ਹੋ ਇੱਕ ਵਾਰ ਫੇਰ ਸਾਡੇ ਸਭ ਦੇ ਵੱਲੋਂ ਸ਼ਿਫਾ ਚਰਚ ਟੀਐਮਐਸ ਕਾਰਡਗੜ ਦੀ ਪੂਰੀ ਕੁਆਇ ਟੀਮ ਦੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ ਪਰਮੇਸ਼ਰ ਤੁਹਾਨੂੰ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ ਅਤੇ ਮੈਂ ਦੱਸਣਾ ਚਾਹਣਾ ਆ ਅਗਰ ਤੁਸੀਂ ਆਪਣੀਆਂ ਭੇਟਾਂ अपनी ऑफरिंग अपनी नेक कमाई दे विचों पैसा परमेश्वर दे कम्मां लई परमेश्वर दे राज दे लई परमेश्वर दी सेवकाई दे लई भेजना चाहते हो जां तुसीं भेजना चाहते हो शिफा चर्च टीएमएस काटगड़ दे अकाउंट नंबर दे विच तुसीं अपनी भेंटां अपनी ऑफरिंग सेंड कर सकदे हो भेज सकदे हो ताकि परमेश्वर दी सेवा होर वध सके परमेश्वर दा भवन होर वध सके ते परमेश्वर दा राज होर वध सके अते परमेश्वर तुहाडीਆਂ दित्तियां होईयां भेंटां दे अनुसार तुहाडे पैसे दे विचों दित्ते होए ऑफरिंग के अनुसार तुहाडे बिजनेस उत्ते तुहाडे पैसे दे उत्ते तुहाडे घराने दे उत्ते तुहाडे कारोबार दे उत्ते ताकि आशीष ते बरकत दे सके बोलिए हालेलुया बोलिए हालेलुया परमेश्वर तुहां सब नूं आशीष ते बरकत देवे साडे सब दे वल्लों प्यार भरी जय मसीह दी गॉड ब्लेस यू आमीन।